ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਗਰੁੱਪ ਟੌਪਿਕ ਕਰ ਰਹੇ ਹਾਂ। ਇਹ ਟੌਪਿਕ ਦੇ ਵਿੱਚ ਪਹਿਲਾਂ ਆਪਾਂ ਕੁਝ ਡੈਫੀਨੇਸ਼ਨ ਪੜ੍ਹੀ ਸੀ ਜੀ, ਅਤੇ ਉਹ ਡੈਫੀਨੇਸ਼ਨ ਉੱਪਰ ਬੇਸਡ ਆਪਾਂ ਕੁਛ ਕੁ ਨੂਮੈਰੀਕਲ ਲਾਸਟ ਟਾਈਮ ਕਰੇ ਸੀਗੇ ਜੀ, ਅਤੇ ਅੱਜ ਵੀ ਕੁਛ ਕੁ ਨੂਮੈਰੀਕਲ ਕਰਨੇ ਹੈਗੇ ਨੇ ਤਾਂ ਜੋ ਤੁਹਾਨੂੰ ਟੌਪਿਕ ਹੋਰ ਜ਼ਿਆਦਾ ਕਲੀਅਰ ਹੋ ਜਾਏ। ਅਤੇ ਅੱਜ ਜੋ ਕੁਐਸਚਨ ਕਰਵਾਉਣੇ ਹਨ ਉਹਦਾ ਫਸਟ ਕੁਐਸਚਨ ਹੈ, ਤੁਸੀਂ ਵੀ ਦੇਖ ਲਓ। ਲੈਟ ਐਮ ਬੀ ਐਨ ਆਰਬਿਟਰਰੀ ਬਟ ਅ ਫਿਕਸਡ ਨॉन ਜ਼ੀਰੋ ਇੰਟੀਜਰ, then show that the set G equals to multiple of A belongs to Z, is an infinite abelian group with respect to ordinary addition of integers। ਆਪਾਂ ਨੇ ਸ਼ੋਅ ਕਰਨਾ ਕਿ ਇਨਫਾਈਨਾਈਟ ਅਬੇਲੀਅਨ ਗਰੁੱਪ, ਪਹਿਲਾਂ ਅਬੇਲੀਅਨ ਗਰੁੱਪ ਸ਼ੋਅ ਕਰਾਂਗੇ ਆਪਾਂ, ਗਰੁੱਪ ਕਰਕੇ ਪਹਿਲਾਂ ਅਬੇਲੀਅਨ ਕਰ ਦਾਂਗੇ, ਫਿਰ ਇਨਫਾਈਨਾਈਟ ਵੀ ਉਸ ਤੋਂ ਬਾਅਦ ਕਰ ਲਵਾਂਗੇ। ਜੋ ਦਿੱਤਾ ਕੀ ਹੋਇਆ ਆਪਾਂ ਨੂੰ, G ਆਪਾਂ ਨੂੰ ਗਿਵਨ ਹੈਗਾ ਮਲਟੀਪਲ ਆਫ A belongs to Z, ਮਲਟੀਪਲ ਆਫ M ਸੌਰੀ। A ਕੋਈ ਵੀ ਇੰਟੀਜਰ ਆ ਆਪਣੇ ਕੋਲ, ਜੇ A ਕੋਈ ਵੀ ਇੰਟੀਜਰ ਆ ਅਤੇ M ਬਾਰੇ ਕੀਤਾ ਹੈ ਜਿਹੜਾ M ਆਪਣੇ ਕੋਲ ਇਹ ਨॉन ਜ਼ੀਰੋ ਹੈਗਾ ਅਤੇ ਆਰਬਿਟਰੇਰੀ ਹੈ। ਜੇ ਧਿਆਨ ਦੇ ਵਿੱਚ ਹੋਵੇ ਆਰਬਿਟਰੇਰੀ ਕੀ ਹੁੰਦਾ ਹੈਗਾ ਕਿ ਜਿਹੜੀ ਮਰਜ਼ੀ ਵੈਲਿਊ ਮੰਨ ਸਕਦੇ। M ਨੂੰ ਆਪਾਂ 1 ਲੈ ਸਕਦੇ ਹਾਂ, 2 3 ਆਰਬਿਟਰਰੀ ਇੰਟੀਜਰ ਜਿਹੜੀ ਮਰਜ਼ੀ ਆਪਾਂ ਵੈਲਿਊ ਮੰਨ ਸਕਦੇ। M 1 2 3 ਅਪ ਟੂ ਸੋਨ, ਜਾਂ -1 -2 -3 ਸੋਨ, ਜ਼ੀਰੋ ਨਹੀਂ ਲੈਣਾ ਬਸ ਆਪਾਂ। ਬਾਕੀ ਜਿਹੜਾ ਮਰਜ਼ੀ ਆਪਾਂ ਇੰਟੀਜਰ ਸਪੋਜ਼ ਕਰ ਸਕਦੇ ਹਾਂ। ਜੇ ਮੰਨ ਲਓ ਪਹਿਲਾਂ ਸਟੇਟਮੈਂਟ ਸਮਝਦੇ, ਮੰਨ ਲਓ ਜੇ ਆਪਣੇ ਕੋਲ M2 ਆ ਤਾਂ G ਵਿੱਚ ਕੀ ਨੇ, G ਵਿੱਚ ਸਾਰੇ 2 ਦੇ ਮਲਟੀਪਲਸ ਨੇ। ਇਹ ਸਮਝ ਲਓ ਧਿਆਨ ਨਾਲ, 2 ਦੇ ਮਲਟੀਪਲਸ ਕਿਵੇਂ ਨੇ। ਇੰਟੀਜਰ ਮੈਂ ਦੁਬਾਰਾ ਇੱਥੇ ਪਾਉਣਾ, ਇੰਟੀਜਰਸ ਹੁੰਦੇ ਹੈਗੇ ਨੇ 0 +-1 +-2 +- ਇਹ ਸਾਰੇ ਹੁੰਦੇ ਨੇ ਇੰਟੀਜਰ ਦੇ ਵਿੱਚ, ਨੈਗੇਟਿਵ ਪੋਜ਼ੀਟਿਵ ਅਤੇ 0। ਹੁਣ ਇਹਨੂੰ ਆਪਾਂ ਇੰਟੀਜਰ ਨਾਲ ਮਲਟੀਪਲਾਈ ਕੀਤਾ ਤਾਂ ਗਰੁੱਪ ਕੀ ਬਣ ਗਿਆ, ਦੇਖੋ ਧਿਆਨ ਨਾਲ। ਪਹਿਲਾਂ A 0 ਲਿਆ ਤਾਂ 0 ਬਣ ਗਿਆ, ਫਿਰ A ਨੂੰ ਆਪਾਂ ਲਿਆ +-1, ਇਹ +- ਹੋ ਗਿਆ, ਇਕੱਠੀ ਪਾ ਰਹੇ +A -A ਵੀ ਲੱਗਦਾ ਪਾ ਸਕਦੇ ਹੋ। ਇਹਨੂੰ ਲਿਆ +-2 ਸੌਰੀ, A ਨੂੰ ਭਰਿਆ ਆਪਾਂ ਨੇ, A ਨੂੰ 1 ਭਰਿਆ +-2 ਹੋ ਗਿਆ। ਅੱਗੇ A ਨੂੰ ਆਪਾਂ 2 ਭਰਿਆ +-4 ਹੋ ਗਿਆ, +-6 ਹੋ ਗਿਆ, ਸੋਨ ਚੱਲੀ ਜਾਵੇ। ਤਾਂ ਗੌਰ ਨਾਲ ਦੇਖੋ ਇਹ ਸਾਰੇ 2 ਦੇ ਮਲਟੀਪਲਸ ਨੇ। 2 ਦੇ ਮਲਟੀਪਲਸ ਕੀ ਹੁੰਦੇ ਹੈਗੇ ਨੇ, ਜੋ 2 ਨਾਲ ਮਲਟੀਪਲਾਈ ਕਰਕੇ ਬਣਨ ਆਪਣੇ ਕੋਲ। 2 ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕਰਕੇ ਜਿਹੜਾ ਆਨਸਰ ਆਵੇ ਇਹਨੂੰ ਮਲਟੀਪਲ ਆਫ 2 ਕਹਾਂਗੇ ਆਪਾਂ। ਜਿਵੇਂ 2 × 2 ਕੀਤਾ, ਇਹ 4 ਆ, ਇਹ 4 ਜਿਹੜਾ ਹੈਗਾ ਮਲਟੀਪਲ ਆਫ 2 ਆ, ਬਿਕੋਜ਼ 2 ਨੂੰ ਆਪਾਂ ਨੇ ਕਿਸੇ ਇੰਟੀਜਰ ਨਾਲ ਮਲਟੀਪਲਾਈ ਕੀਤਾ ਹੈ। ਜੇ 2 ਨੂੰ ਕਿਸੇ ਵੀ ਇੰਟੀਜਰ ਨਾਲ ਮਲਟੀਪਲਾਈ ਕਰਾਂਗੇ, ਜੋ ਆਨਸਰ ਆ ਗਿਆ ਇਹਨੂੰ ਕਹਾਂਗੇ ਕਿ ਇਹ 2 ਨੂੰ ਮਲਟੀਪਲਾਈ ਕਰਕੇ ਆਇਆ। ਜਿਵੇਂ 10 ਇਹ ਮਲਟੀਪਲ ਆਫ 2 ਆ, ਮਲਟੀਪਲ ਆਫ 2 ਕਿਉਂ, ਬਿਕੋਜ਼ ਇਹ 2 ਨੂੰ ਜੇ ਆਪਾਂ 5 ਨਾਲ ਮਲਟੀਪਲ ਆਫ 2, ਜੇ 2 ਨੂੰ ਆਪਾਂ 5 ਨਾਲ ਮਲਟੀਪਲਾਈ ਕਰਾਂਗੇ ਤਾਂ 10 ਬਣ ਜਾਏਗਾ। ਇਹ ਮਲਟੀਪਲ ਆਫ 2 ਹੋ ਗਿਆ, ਮਤਲਬ 2 ਨੂੰ ਮਲਟੀਪਲਾਈ ਕਰਕੇ ਕਿਸੇ ਇੰਟੀਜਰ ਨਾਲ ਤਾਂ ਇਹ ਬਣਿਆ ਹੈਗਾ। 9 ਇਹ ਮਲਟੀਪਲ ਆਫ 2 ਨਹੀਂ ਹੈਗਾ। ਇਹ ਮਲਟੀਪਲ ਆਫ 2 ਕਿਉਂ ਨਹੀਂ ਹੈਗਾ, ਬਿਕੋਜ਼ 2 ਨੂੰ ਜੇ ਆਪਾਂ ਕਿਸੇ ਵੀ ਇੰਟੀਜਰ ਨਾਲ ਮਲਟੀਪਲਾਈ ਕਰ ਲਓ ਇਹ ਕਦੇ 9 ਨਹੀਂ ਬਣਨਾ। ਇੰਟੀਜਰ 9/2 ਇੰਟੀਜਰ ਨਹੀਂ ਹੈਗਾ, ਇਹ ਇੰਟੀਜਰ ਨਹੀਂ ਹੈਗਾ, ਇਸ ਲਈ ਇਹਨਾਂ ਮਲਟੀਪਲਾਈ ਕਰ ਸਕਦੇ। ਕਿਸੇ ਵੀ ਇੰਟੀਜਰ ਨਾਲ ਮਲਟੀਪਲਾਈ ਕਰ ਲਓ 2 ਨੂੰ 9 ਨਹੀਂ ਕਦੇ ਬਣ ਸਕਦਾ, ਇਸ ਕਰਕੇ 9 ਜਿਹੜਾ ਹੋ ਗਿਆ 2 ਦਾ ਮਲਟੀਪਲ ਨਹੀਂ ਹੈਗਾ। ਇਹ ਸਾਰੇ 2 ਦੇ ਟੂ ਨਾਲ ਜਿਹੜੀ ਮਤਲਬ ਕਿ ਜਿਹੜਾ ਵੀ ਆਨਸਰ ਆ ਰਿਹਾ ਹੈਗਾ ਉਹ 2 ਨਾਲ ਮਲਟੀਪਲਾਈ ਹੋਇਆ, 2 ਨਾਲ ਮਲਟੀਪਲਾਈ ਕਰਕੇ ਫਿਰ ਆਨਸਰ ਬਣ ਰਹੇ ਨੇ, ਸਾਰਿਆਂ ਨੂੰ ਮਲਟੀਪਲ ਆਫ 2 ਕਹਾਂਗੇ। ਇਹ ਸਾਰੇ ਆਨਸਰ ਜਿਹੜੇ ਹੈਗੇ ਨੇ ਜੇ ਆਪਾਂ ਨੇ ਖੋਲੀਏ A ਦੀ ਵੈਲਿਊ ਭਰੀ ਇਹਦੇ ਵਾਂਗੂ ਤਾਂ ਇਹ 'ਚ ਹੀ ਬਣ ਗਈ ਆਪਣੇ ਕੋਲ। ਪਹਿਲਾਂ 0 ਭਰਿਆ ਆਪਾਂ ਨੇ, 0 ਆ ਗਿਆ, ਫਿਰ 1 ਭਰਿਆ +-M +-2M +-3M ਆ ਗਿਆ ਸੋ। ਇਹ ਸਾਰੇ M ਦੇ ਮਲਟੀਪਲ ਨੇ, ਚੈੱਕ ਵੀ ਕਰ ਲਓ ਕਿਉਂ M ਦੇ ਮਲਟੀਪਲ ਨੇ। 0 × 0 ਕਰਾਂਗੇ, ਸੌਰੀ M × 0 ਕਰਾਂਗੇ ਤਾਂ 0 ਆ ਜਾਏਗਾ। 0 ਨੂੰ ਆਪਾਂ M ਨੂੰ ਮਲਟੀਪਲਾਈ ਕਰਕੇ ਕਿਸੇ ਇੰਟੀਜਰ 0 ਬਣਾ ਸਕਦੇ ਹਾਂ। ਜੇ M ਨੂੰ ਆਪਾਂ 1 ਨਾਲ ਮਲਟੀਪਲਾਈ ਕਰਾਂਗੇ ਤਾਂ M ਆ ਜਾਏਗਾ। ਤਾਂ ਇਹਨੂੰ ਕੀ ਕਹਾਂਗੇ, ਇਹ ਚੀਜ਼ ਕਿੱਦਾਂ ਬਣੀ ਆ,
m ਨੂੰ ਮਲਟੀਪਲਾਈ ਕੀਤਾ ਇੰਟੀਜਰ ਨਾਲ ਤਾਂ ਇਹ m ਦਾ ਮਲਟੀਪਲ ਹੋ ਗਿਆ। -1 ਨਾਲ ਮਲਟੀਪਲਾਈ ਕੀਤਾ ਇਹ -m ਆ ਜਾਏਗਾ। -m ਕੀ ਹੈਗਾ ਆਪਣੇ ਕੋਲ ਮਲਟੀਪਲ ਆਫ m। ਜੇ m ਨੂੰ ਆਪਾਂ 2 ਨਾਲ ਮਲਟੀਪਲਾਈ ਕੀਤਾ ਤਾਂ 2m ਆ ਗਿਆ। ਮਤਲਬ 2m ਕਿੱਦਾਂ ਬਣਾਇਆ ਆਪਾਂ, m ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕਰਕੇ, ਕਿਸੇ ਇੰਟੀਜਰ ਨਾਲ ਮਲਟੀਪਲਾਈ ਕਰਨਾ, ਬਸ ਇਹ ਗੱਲ ਆਪਾਂ ਧਿਆਨ ਰੱਖਣੀ ਆ। ਤਾਂ 2m ਆ ਗਿਆ। ਤਾਂ ਇਹ ਸਾਰੇ ਮਲਟੀਪਲ ਆਫ m ਨੇ। ਤਾਂ ਉਹਨੇ ਸਟੇਟਮੈਂਟ ਦਿੱਤਾ ਕਿ ਮਲਟੀਪਲ ਆਫ m, ਇਹ ਮਲਟੀਪਲ ਆਫ m ਨੇ ਸਾਰੇ। ਜਿਵੇਂ ਇਹਦੇ ਵਿੱਚ ਮਲਟੀਪਲ ਆਫ 2 ਹੋ ਗਏ, ਐਂ ਜੇ ਆਪਾਂ m ਨੂੰ 3 ਮੰਨ ਲਈਏ ਤਾਂ g ਆਊਗਾ 3a, a ਬਿਲੋਂਗਸ ਟੂ z। ਤਾਂ ਇਹਦੇ ਵਿੱਚ ਸਾਰੇ 3 ਦੇ ਮਲਟੀਪਲਸ ਹੋਣਗੇ। ਜਿਵੇਂ ਆਪਾਂ ਇਹ ਬਣਾ ਲਾਂਗੇ ਪਲੱਸ ਮਾਈਨਸ, ਇਹਦੇ ਵਿੱਚ ਆਊਗਾ 0 ਆਊਗਾ ਪਹਿਲਾਂ, ਫਿਰ ਪਲੱਸ -3 ਆਊਗਾ, ਪਲੱਸ -6 ਆਊਗਾ, ਪਲੱਸ -9 ਆਊਗਾ, ਐਂ ਚੱਲੀ ਜਾਏਗਾ। ਇਹਦੀ ਵੈਲਿਊ ਭਰ ਰਹੇ ਹਾਂ 0 1 2 3 ਇੱਦਾਂ ਕਰਕੇ। ਇਹ ਸਾਰੇ ਮਲਟੀਪਲ ਆਫ m ਨੇ ਜਿਹੜੇ ਦਿੱਤੇ ਹੋਏ ਨੇ। ਇਹ ਮਲਟੀਪਲ ਆਫ 3 ਹੋ ਗਏ, ਇਹ ਮਲਟੀਪਲ ਆਫ 2 ਹੋ ਗਏ। ਤਾਂ ਮਲਟੀਪਲ ਆਫ m ਕੀ ਹੈਗਾ, m ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕਰਾਂਗੇ ਫਿਰ ਉਹ ਆਂਸਰ ਬਣੇਗਾ, ਉਹਨੂੰ ਮਲਟੀਪਲ ਆਫ ਆਪਾਂ m ਕਹਾਂਗੇ। ਚਲੋ ਇਹ ਗੱਲ ਆਪਾਂ ਧਿਆਨ 'ਚ ਰੱਖ ਕੇ, ਜੇ ਇਹ ਗੱਲ ਸਮਝ ਆ ਗਈ ਕਿ ਮਲਟੀਪਲ ਆਫ m ਹੈ ਕੀ ਨੇ, ਇਹਦੇ ਵਿੱਚ ਸਾਰੇ m ਦੇ ਮਲਟੀਪਲ ਨੇ। ਮਤਲਬ ਜੇ m ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕਰਾਂਗੇ ਜਿਹੜਾ ਵੀ ਆਂਸਰ ਆਊਗਾ ਉਹਨੂੰ ਮਲਟੀਪਲ ਆਫ m ਕਹਾਂਗੇ। ਜੇ ਇਹ ਗੱਲ ਸਮਝ ਆ ਗਈ ਤਾਂ ਕੁਐਸਚਨ ਸਾਰਾ ਹੀ ਸੌਖਾ। ਇਸ ਤੋਂ ਬਾਅਦ ਕੁਐਸਚਨ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਪਹਿਲਾਂ ਗਰੁੱਪ ਸ਼ੋਅ ਕਰਨਾ ਆਪਾਂ ਨੇ, ਗਰੁੱਪ ਦਾ ਇਹ 4 ਪ੍ਰੋਪਰਟੀਜ਼ ਲਾਣੀਆਂ ਆਪਾਂ ਗਰੁੱਪ ਦੀਆਂ। ਪਹਿਲੀ ਪ੍ਰੋਪਰਟੀ ਲਾ ਰਹੇ ਹਾਂ ਆਪਾਂ ਕਲੋਜ਼ਰ ਪ੍ਰੋਪਰਟੀ। ਪ੍ਰੋਪਰਟੀ ਧਿਆਨ ਨਾਲ ਦੇਖਣੀ ਆਪਾਂ। ਡੈਫੀਨੇਸ਼ਨ ਕੀ ਹੁੰਦੀ ਹੈ ਕਿ ਉਹ ਲਿਖ ਲੈਂਦੇ ਹਾਂ ਆਪਾਂ। ਕਲੋਜ਼ਰ ਪ੍ਰੋਪਰਟੀ ਕੀ ਹੁੰਦੀ ਹੈ ਪਹਿਲਾਂ ਆਪਾਂ ਰਫ 'ਚ ਲਿਖ ਰਹੇ ਹਾਂ ਜੀ। ਪਹਿਲਾਂ ਆਪਾਂ ਕੋਈ ਦੋ ਐਲੀਮੈਂਟ ਸੈੱਟ 'ਚੋਂ ਮੰਨਣੇ ਹੁੰਦੇ ਨੇ, ਫਿਰ ਉਹਨਾਂ ਵਿੱਚ ਆਪਰੇਸ਼ਨ ਲਾਉਣਾ ਹੁੰਦਾ ਕਿ ਉਹ ਜੀ 'ਚ ਆ ਰਿਹਾ ਹੈਗਾ, ਇਹ ਚੈੱਕ ਕਰਨਾ ਹੁੰਦਾ ਸਾਰਿਆਂ ਵਾਸਤੇ। ਜੇ ਆ ਗਿਆ ਫਿਰ ਆਪਾਂ ਕਹਾਂਗੇ ਕਲੋਜ਼ਰ ਪ੍ਰੋਪਰਟੀ ਹੋਲਡ ਕਰ ਰਹੀ। ਹੁਣ ਇਹ 'ਚ ਆਪਰੇਸ਼ਨ ਕੀ ਗਿਵਨ ਆਪਾਂ ਨੂੰ ਪਲੱਸ ਦਾ। ਜੋ ਪਹਿਲੀ ਗੱਲ ਕੀ ਹੈ ਕਿ ਇਹਦੇ ਵਿੱਚ ਆਪਾਂ ਕੋਈ ਦੋ ਐਲੀਮੈਂਟ ਆਪਾਂ ਜੀ 'ਚੋਂ ਲੈਣੇ ਨੇ, ਸੈੱਟ ਵਿੱਚੋਂ ਲੈਣੇ। ਹੁਣ ਇਹ ਗੱਲ ਦੇਖਣੀ ਆ ਧਿਆਨ ਨਾਲ। ਹੁਣ ਕੋਈ ਦੋ ਐਲੀਮੈਂਟ ਲੈ ਰਹੇ ਹਾਂ, ਲੈਟ ਕਰ ਰਹੇ ਹੈਗਾ x y ਬਿਲੋਂਗਸ ਟੂ g। ਹੁਣ x y a b ਜਿਹੜੇ ਮਰਜ਼ੀ ਮੰਨ ਸਕਦੇ ਹਾਂ। a b ਆਪਾਂ ਤਾਂ ਨਹੀਂ ਲੈ ਰਹੇ ਹੈਗੇ ਬਿਕੋਜ਼ a ਉਹਨੇ ਯੂਜ਼ ਕੀਤਾ ਹੋਇਆ ਸਟੇਟਮੈਂਟ, ਤਾਂ ਕਰਕੇ ਆਪਾਂ ਕੋਈ ਹੋਰ ਲੈ ਰਹੇ x y ਲੈ ਰਹੇ। ਹੁਣ ਇਹੀ ਗੱਲ ਦੇਖਣੀ ਹੈ, ਜੇ ਤੁਹਾਨੂੰ ਇਹ ਗੱਲ ਸਮਝ ਆ ਗਈ ਸੈੱਟ ਹੈ ਕਿਵੇਂ ਦਾ, ਫਿਰ ਕੁਛ ਸਾਰਾ ਸਮਝਾ ਜਾਏਗਾ। ਹੁਣ x ਤੇ y ਆਪਾਂ ਕੋਈ ਦੋ ਐਲੀਮੈਂਟ g 'ਚੋਂ ਲਏ। ਹੁਣ g ਵਿੱਚ ਐਲੀਮੈਂਟ ਕਿੱਦਾਂ ਦੇ ਨੇ, m ਦੇ ਮਲਟੀਪਲ। m ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕਰਕੇ ਫਿਰ ਆਪਣਾ ਉਹ g ਵਿੱਚ ਆ ਰਿਹਾ। ਹੁਣ ਜੇ ਇਹ ਐਲੀਮੈਂਟ x g ਵਿੱਚ ਆ ਰਿਹਾ ਹੈਗਾ ਤਾਂ ਇਹ ਵੀ ਤਾਂ x ਵੀ ਤਾਂ ਮਲਟੀਪਲ ਆਫ m ਹੋਊਗਾ, x ਵੀ ਤਾਂ ਫਿਰ ਮਲਟੀਪਲ ਆਫ m ਹੋਊਗਾ, ਤਾਂ ਹੀ ਉਹ g ਵਿੱਚ ਹੈ। ਦੁਬਾਰਾ ਦੇਖ ਲਓ, g ਵਿੱਚ ਕੀ ਨੇ ਸਾਰੇ ਮਲਟੀਪਲ ਆਫ m ਨੇ। ਜੇ ਮਲਟੀਪਲ ਆਫ m ਨੇ ਸਾਰੇ, ਜਿਵੇਂ 0 +- 1 +- 2 +- 3 x ਆਪਾਂ ਇਹਦੇ ਵਿੱਚ ਮੰਨਿਆ ਤਾਂ x ਇਹਨਾਂ ਵਿੱਚੋਂ ਕੋਈ ਇੱਕ ਹੋਊਗਾ। ਇਹਨਾਂ ਵਿੱਚ ਕੀ ਨੇ ਸਾਰੇ ਮਲਟੀਪਲ ਆਫ m, ਤਾਂ x ਇਹਨਾਂ ਵਿੱਚੋਂ ਕੋਈ ਮਲਟੀਪਲ ਆਫ m ਹੋਊਗਾ। ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਕੁਛ ਨਹੀਂ ਪਤਾ ਆਪਾਂ ਨੂੰ। ਪਰ ਇੱਕ ਗੱਲ ਕਨਫਰਮ, x ਇਹ ਨਹੀਂ ਪਤਾ ਕੀ ਹੋਊਗਾ, ਇਹਦੇ ਵਿੱਚ ਕਿਹੜਾ ਨੰਬਰ ਹੋਊਗਾ, ਪਰ ਇੱਕ ਗੱਲ ਕਨਫਰਮ ਹੈ ਤੇਰੇ ਵਿੱਚ ਹੀ ਹੈ, ਤਾਂ x ਪੱਕਾ ਕੀ ਹੋਊਗਾ ਮਲਟੀਪਲ ਆਫ m। ਤਾਂ ਆਪਾਂ ਲਿਖ ਸਕਦੇ ਹੈਗੇ ਦੇਅਰਫੋਰ x ਪੱਕਾ m ਦਾ ਮਲਟੀਪਲ ਹੋਊਗਾ। ਮਤਲਬ m ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕਰਾਂਗੇ, ਇਹ ਕੀ ਬਣ ਗਿਆ, m ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕੀਤਾ a1 ਬਿਲੋਂਗਸ ਟੂ z। m ਨੂੰ ਕਿਸੇ ਇੰਟੀਜਰ ਮਲਟੀਪਲਾਈ ਕੀਤਾ ਕੀ ਬਣ ਗਿਆ ਮਲਟੀਪਲ ਆਫ m, ਤਾਂ x ਪੱਕਾ ਮਲਟੀਪਲ ਆਫ m ਹੋਊਗਾ। a1 ਕਿਉਂ ਪਾਇਆ ਉਰੇ ਉਹ ਦੇਖ ਲਓ। ਇਹ ਕਨਫਰਮ ਨਹੀਂ ਹੈ ਕਿ ਨੰਬਰ ਕਿਹੜਾ ਹੋਊਗਾ। ਮਤਲਬ ਜੇ ਤੁਸੀਂ x ਨੂੰ ਆ ਮੰਨੋਗੇ ਪਲੱਸ ਵਾਲਾ, ਜੇ x ਨੂੰ ਮੰਨਿਆ ਤੁਸੀਂ m, ਆ m ਲਿਆ ਪਲੱਸ ਵਾਲਾ, ਤਾਂ ਉਰੇ a1 ਕੀ ਆ 1, ਕੁਛ ਵੀ ਹੋ ਸਕਦਾ। ਜੇ x ਨੂੰ ਮੰਨਿਆ ਆਪਾਂ ਆਹ ਵਾਲਾ 3m ਲਿਆ, ਤਾਂ ਉਰੇ m ਕੀ a1 ਕੀ ਹੈਗਾ 3। ਮਤਲਬ ਕਿ m ਦਾ ਮਲਟੀਪਲ ਤਾਂ ਹੋਊਗਾ, ਪਰ ਇਹ ਗੱਲ ਨਹੀਂ ਕਨਫਰਮ ਇੰਟੀਜਰ ਕਿਹੜਾ ਹੋਊਗਾ। ਉਰੇ 1 ਵੀ ਆ ਸਕਦਾ, 3 ਵੀ ਆ, ਕੁਛ ਵੀ ਆ ਸਕਦਾ। ਤਾਂ ਉਰੇ ਆਪਾਂ a1 ਇੰਟੀਜਰ ਮੰਨ ਲਿਆ, ਇਹ ਇੰਟੀਜਰ ਜਿਹੜਾ ਮਰਜ਼ੀ ਹੋ ਸਕਦਾ।
ਐਂਡ ਜਿਹੜਾ y ਹੈਗਾ ਉਹ ਵੀ ਆਪਾਂ ਇਹਦੇ ਵਿੱਚੋਂ ਮੰਨਿਆ, ਤਾਂ y ਵੀ ਜਿਹੜਾ ਇਹਦੇ ਵਿੱਚੋਂ ਕੋਈ ਇੱਕ ਹੋਊਗਾ, ਜਿਹਦੇ ਵਿੱਚੋਂ ਕੋਈ ਇੱਕ ਹੋਊਗਾ y ਤਾਂ ਉਹ ਵੀ ਮਲਟੀਪਲ ਆਫ m ਹੋਊਗਾ, ਤਾਂ ਉਹਨੂੰ ਵੀ ਆਪਾਂ ਇੱਦਾਂ ਲਿਖ ਲਿਆ A2 ਬਿਲੋਂਗਸ ਟੂ Z। ਬਸ ਇਹ ਗੱਲ ਥੋੜ੍ਹਾ ਧਿਆਨ ਨਾਲ ਦੇਖਣੀ। ਹੁਣ ਕੀ ਚੈੱਕ ਕਰਨਾ ਆਪਾਂ ਨੇ ਕਿ x ਪਲੱਸ y ਕੱਢਣਾ। ਓਪਰੇਸ਼ਨ ਆਪਾਂ ਨੂੰ ਦਿੱਤਾ ਹੋਇਆ ਐਡੀਸ਼ਨ। ਐਡੀਸ਼ਨ ਕਹਿ ਲਵੋ ਚਾਹੇ ਆਰਡੀਨਰੀ, ਬਾਕੀ ਆਰਡੀਨਰੀ ਦਾ ਮਤਲਬ ਕੀ ਹੁੰਦਾ ਅੱਗੇ ਕਲੀਅਰ ਹੋ ਜਾਊਗਾ। ਹੋਰ ਇਹ ਐਡੀਸ਼ਨ ਆਪਣੇ ਕੋਲ ਆਰਡੀਨਰੀ ਐਡੀਸ਼ਨ ਕਹਿ ਲਓ। ਇਹ ਐਡੀਸ਼ਨ ਕਿਵੇਂ ਹੈਗੀ ਆਪਾਂ ਵੀ ਹੁਣ ਇਹ ਚੈੱਕ ਕਰਨਾ ਕਿ ਜੀ ਵਿੱਚ ਆ ਰਿਹਾ, ਜੇ ਇਹ ਵਾਲਾ ਜੀ ਵਿੱਚ ਆ ਗਿਆ ਆਪਣਾ ਸਾਰਿਆਂ ਵਾਸਤੇ ਤਾਂ ਕਲੋਜ਼ਰ ਪ੍ਰੋਪਰਟੀ ਹੋਲਡ ਕਰ ਜਾਏਗੀ। ਹੁਣ ਇਹ ਕਿਵੇਂ ਚੈੱਕ ਕਰਨਾ ਹੈਗਾ, ਆਪਾਂ ਸੋਲਵ ਕਰ ਲੈਂਦੇ ਹੈਗੇ ਆ। x ਦੀ ਵੈਲਿਊ ਪਤਾ ਆਪਾਂ ਨੂੰ 9 ਪਾ ਕੇ, x ਦੀ ਵੈਲਿਊ ਦਿੱਤੀ ਹੋਈ ਆ ਆਪਾਂ ਨੂੰ ma1 ਇਹ m2 ma2 ਹੋ ਗਿਆ, m ਆਪਾਂ ਇਹ 'ਚੋਂ ਕਾਮਨ ਕੱਢ ਲਿਆ। ਹੁਣ ਸਮਝਣਾ ਧਿਆਨ ਨਾਲ, ਗੱਲ ਉਹੀ ਹੈ ਜੀ ਬਾਰੇ ਪਤਾ ਨਾ ਜੀ ਹੈ ਕੀ ਹੈ, ਕਿ ਇਹ ਮਲਟੀਪਲ ਆਫ m ਨੇ ਸਾਰੇ ਦੇ ਵਿੱਚ, ਫਿਰ ਗੱਲ ਕਲੀਅਰ ਹੋ ਜਾਊਗੀ। ਹੁਣ ਤੁਸੀਂ ਇਹ ਰਫ 'ਚ ਕੰਮ ਲਿਖ ਰਿਹਾ ਮੈਂ ਕਿ x ਪਲੱਸ y ਜੀ 'ਚ ਕਦੋਂ ਆਊਗਾ। x ਪਲੱਸ y ਜੀ 'ਚ ਤਾਂ ਆਊਗਾ, ਜੀ ਚੈੱਕ ਕਰਨਾ ਪਊਗਾ ਪਹਿਲਾਂ ਆਪਾਂ ਜੀ 'ਚ ਹੈ ਕੀ ਹੈ। ਜੀ 'ਚ ਕੀ ਨੇ ਸਾਰੇ ਮਲਟੀਪਲ ਆਫ m। x ਪਲੱਸ y ਜੀ 'ਚ ਤਾਂ ਆਊਗਾ ਜੇ x ਪਲੱਸ y ਵੀ ਕੀ ਹੋਊਗਾ ਪੱਕਾ ਮਲਟੀਪਲ ਆਫ m। ਹੁਣ ਮਲਟੀਪਲ ਆਫ m ਮਤਲਬ ਕਿ x ਪਲੱਸ y ਵੀ ਪੱਕਾ ਕਿਹਦੇ ਬਰਾਬਰ ਹੋਵੇ m ਇੰਟੂ ਮਲਟੀਪਲ ਆਫ m ਕੀ ਹੁੰਦਾ m ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕਰਨਾ, ਉਹ ਮਲਟੀਪਲ ਆਫ m ਹੋਊਗਾ। ਜੇ x ਵੀ m ਇੰਟੂ ਸਮਥਿੰਗ ਕੋਈ ਇੰਟੀਜਰ ਹੋਇਆ ਤਾਂ ਆਪਾਂ ਕਹਾਂਗੇ x ਪਲੱਸ y ਜਿਹੜਾ ਹੈਗਾ ਉਹ ਮਲਟੀਪਲ ਆਫ m। ਤੋ ਦੇਖੋ ਧਿਆਨ ਨਾਲ ਕਿ ਜਿਹੜੀ ਆਹ ਚੀਜ਼ ਹੈ ਆਪਣੇ ਕੋਲ ਇਹ x ਪਲੱਸ y ਕਰਿਆ m ਤਾਂ ਆ ਗਿਆ, ਇਹਨੂੰ ਮਲਟੀਪਲ ਆਫ m ਤਾਂ ਕਹਾਂਗੇ ਜੇ m ਨੂੰ ਕਿਸੇ ਇੰਟੀਜਰ ਨਾਲ ਮਲਟੀਪਲਾਈ ਕੀਤਾ ਗਿਆ ਹੋਵੇ। ਇੰਟੀਜਰ ਚਾਹੀਦਾ ਹੈ, ਇਹ ਗੱਲ ਧਿਆਨ ਰੱਖਣੀ ਹੈ। ਹੁਣ ਇਹ ਦੇਖ ਲਓ a1 ਵੀ ਇੰਟੀਜਰ ਹੈ a2 ਵੀ ਇੰਟੀਜਰ ਹੈ, ਇਹਦੀ ਐਡੀਸ਼ਨ ਕਰਾਂਗੇ ਪੱਕਾ। ਇੰਟੀਜਰ ਕੀ ਹੁੰਦੇ ਹੈਗੇ ਨੇ ਦੁਬਾਰਾ ਦੇਖ ਲਿਓ, ਨੈਗੇਟਿਵ ਪੋਜ਼ੀਟਿਵ ਸਾਰੇ ਹੁੰਦੇ ਨੇ, ਫ੍ਰੈਕਸ਼ਨ ਨਹੀਂ ਹੁੰਦੀ ਇਹਦੇ ਵਿੱਚ, ਅਪੌਂਚ ਨਹੀਂ ਹੁੰਦੇ ਆਂਸਰ, ਮਤਲਬ ਇੱਦਾਂ ਕਹਿ ਲਓ ਜੇ 1/2 ਇੱਦਾਂ ਨਹੀਂ ਹੁੰਦੇ ਹੈਗੇ ਨੰਬਰ ਇਹਦੇ ਵਿੱਚ, ਜਾਂ ਡੈਸੀਮਲ ਨੰਬਰ ਨਹੀਂ ਹੁੰਦੇ ਜਿਸ ਤਰ੍ਹਾਂ ਮਰਜ਼ੀ ਕਹਿ ਲਓ। ਹੁਣ ਕੋਈ ਇੰਟੀਜਰ ਲਿਆ 2, ਉਹਦੇ ਵਿੱਚ ਕੋਈ ਹੋਰ ਇੰਟੀਜਰ ਆਪਾਂ ਐਡ ਕਰਤਾ, ਨਾ ਇਹ ਡੈਸੀਮਲ ਦੇ ਵਿੱਚ ਆ ਨਾ ਇਹ ਡੈਸੀਮਲ ਦੇ ਵਿੱਚ ਆ, ਆਂਸਰ ਪੱਕਾ ਡੈਸੀਮਲ ਦੇ ਵਿੱਚ ਨਹੀਂ ਆਊਗਾ। ਡੈਸੀਮਲ ਤਾਂ ਜੇ ਵੀ ਡੈਸੀਮਲ ਨਹੀਂ ਹੈਗਾ ਇਹ ਵੀ ਡੈਸੀਮਲ, ਆਂਸਰ ਪੱਕਾ ਡੈਸੀਮਲ 'ਚ ਨਹੀਂ ਆਊਗਾ। ਨੈਗੇਟਿਵ ਪਾਸੇ ਜੋ ਮਰਜ਼ੀ ਆਵੇ ਡੈਸੀਮਲ ਦੇ ਵਿੱਚ ਨਹੀਂ ਆ ਰਿਹਾ ਹੈਗਾ ਤਾਂ ਉਹ ਪੱਕਾ ਇੰਟੀਜਰ ਹੋਊਗਾ। ਤਾਂ a1 ਪਲੱਸ a2 ਕੀ ਹੋਊਗਾ ਪੱਕਾ ਇੰਟੀਜਰ ਹੋਏਗਾ, ਇਸ ਕਰਕੇ ਇਹ ਬਿਲੋਂਗ ਕਰੇਗਾ ਜੀ ਨੂੰ, ਇਹ ਜੀ ਨੂੰ ਬਿਲੋਂਗ ਕਰੇਗਾ। ਰੀਜ਼ਨ ਪਾ ਦੇਣਾ ਬਿਕੋਜ਼ ਜਿਹੜਾ a1 ਪਲੱਸ a2 ਹੈਗਾ ਇਹ ਇੰਟੀਜਰ, a1 ਪਲੱਸ a2 ਜਿਹੜਾ ਹੈਗਾ ਉਹ ਇੰਟੀਜਰ ਆ, ਇਸ ਕਰਕੇ ਜਿਹੜਾ ਹੈਗਾ ਆਪਣੇ ਕੋਲ ਆਂਸਰ ਇਹਦੇ ਵਿੱਚ ਆ ਗਿਆ ਜੀ ਵਿੱਚ ਆ ਗਿਆ ਫॉर ਆਲ ਸਾਰਿਆਂ ਵਾਸਤੇ x y ਸੀ। ਫॉर ਆਲ ਆਪਾਂ ਤਾਂ ਕਹਿ ਰਹੇ ਹੈਗੇ x y ਜੋ ਮਰਜ਼ੀ ਹੋ ਸਾਰਿਆਂ ਵਾਸਤੇ ਹੋ ਗਿਆ, ਜਨਰਲ ਪ੍ਰੂਫ ਕਰਤਾ ਸਾਰਿਆਂ ਵਾਸਤੇ ਹੋ ਗਿਆ। ਦੇਅਰਫੋਰ ਆਪਾਂ ਲਿਖ ਲਵਾਂਗੇ ਦੇਅਰਫੋਰ ਕਲੋਜ਼ਰ ਪ੍ਰੋਪਰਟੀ ਹੋਲਡਸ, ਜਿਹੜੀ ਕਲੋਜ਼ਰ ਪ੍ਰੋਪਰਟੀ ਹੈਗੀ ਆਪਣੀ ਉਹ ਹੋਲਡ ਕਰ ਗਈ। ਮੇਨ ਗੱਲ ਸਿਰਫ ਇਹਦੇ ਵਿੱਚ ਇਹੀ ਹੈ ਜਦੋਂ ਗਰੁੱਪ ਸਮਝਿਆ ਗਰੁੱਪ ਹੈ ਕਿੱਦਾਂ ਦਾ, ਸੈੱਟ ਕਿੱਦਾਂ ਮਤਲਬ ਇਹ, ਬਾਕੀ ਕੰਮ ਸਾਰਾ ਸੌਖਾ ਹੀ। ਇਸ ਤੋਂ ਬਾਅਦ ਅੱਗੇ ਕੁਐਸਚਨ ਕਰਨਾ ਆਪਾਂ, ਇਸ ਤੋਂ ਬਾਅਦ ਦੂਜੀ ਪ੍ਰੋਪਰਟੀ ਕਰਨੀ ਹੈ ਤੇ ਮੈਂ ਰੱਬ ਕਰ ਦੇਣਾ ਸਾਰਾ। ਦੂਜੀ ਪ੍ਰੋਪਰਟੀ ਹੈਗੀ ਹੈ ਜੀ ਐਸੋਸੀਏਟਿਵ ਪ੍ਰੋਪਰਟੀ। ਇਹਦੇ ਵਿੱਚ ਆਪਾਂ ਤਿੰਨ ਐਲੀਮੈਂਟ ਲੈਣੇ ਹੁੰਦੇ ਨੇ। ਆਪਾਂ ਮੰਨ ਲਏ x y z, ਜੀ 'ਚ ਮੰਨ ਲਏ ਤਿੰਨ ਐਲੀਮੈਂਟ। ਦੇਅਰਫੋਰ ਪਹਿਲਾਂ ਵਾਂਗੂ ਹੋ ਗਿਆ, x ਪਹਿਲਾਂ ਮੰਨੀ ਹੈ ma1 ਹੋਊਗਾ, y ma2 ਹੋਊਗਾ, z ma3 ਹੋਊਗਾ। ਜਿਹੜੇ a1 a2 a3 ਇਹ ਸਾਰੇ ਇੰਟੀਜਰ ਹੋਣਗੇ। ਨਾਓ
फिर आपाने x प्लस वाई प्लस Z जोड़ा मर्जी कर लो अगे पिछे, ये बन गया MA1 MA2 MA3। पहला आ दो ऐड करने फिर आ ऐड करना, तो सारा च M कॉमन कढ़ लो, ये बन गया A1 A2 A3। फिर आप कढ़ांगे x प्लस वाई प्लस Z, ये सौखा ही है जी, इस करके मैं सीधा चला रहा काम। MA2 आ गया, ये दो जोड़ ले, फिर MA3 आ गया, फिर ये M कढ़ लिया बाहर, नंबर ऐड करने ने A1 प्लस A2 प्लस A3। देयरफॉर x प्लस वाई प्लस Z, x प्लस वाई प्लस Z, x प्लस वाई प्लस Z, ये बराबर हो गए फॉर ऑल x y z बिलोंग्स टू G। अगे लिख लियो देयरफॉर एसोसिएटिव प्रॉपर्टी होल्ड्स, ये भी होल्ड कर गए। और दो ही प्रॉपर्टियां ज़्यादा इस मेन होंदियां ने, एक तो आइडेंटिटी एलीमेंट तो इनवर्स वाली। तो तीजी प्रॉपर्टी करते हैं आप एग्जिस्टेंस ऑफ आइडेंटिटी एलीमेंट। तीसरी प्रॉपर्टी हैगी एग्जिस्टेंस ऑफ आइडेंटिटी एलिमेंट, ये थर्ड प्रॉपर्टी है। उवें लैट करा कोई एक्स एलीमेंट जी विचों हैगा, देयरफॉर एक्स की होगा पक्का MA1 की फॉर्म च, A1 Z विचों, ये तो पहला मन्निया है अपन। इस तो बाद नाउ एक्स विच आपां कितना ऐड करिए कि सेम बने, बाद विच ऐड कर लीए, राइट हैंड साइड तो ऐड कर लीए या लैफ्ट हैंड साइड तो ऐड कर लीए एक्स से, कि आंसर अपना सेम बने सारिਆਂ वास्ते, ये सारिਆਂ वास्ते। हूँ सीधे ही हिट एंड ट्राई मैथड में 0 आप ऐड करा सेम आऊगा आंसर, तो 0 आ गया, सेम ही आऊगा आंसर सारे वास्ते। हूँ आइडेंटिटी एलीमेंट निकलता गया, इस ये चैक करना होंगे कि सैट में आ रहा है कि नहीं आ रहा। नाउ 0 ਨੂੰ ਆਪਾਂ ਲਿਖ ਸਕਦੇ हैं M इंटू 0, M इंटू 0 करा 0 आ जाएगा। इदा क्यों कर रहे हैं, M ਨੂੰ किसी इंटीजर ਨਾਲ मल्टीप्लाई किया तो की कहांगे सारे आप मल्टीपल ऑफ M। 0 की बन गया मल्टीपल ऑफ M, तो M के सारे मल्टीपल कि आ रहे हैं पक्का G विच आ रहे। देयरफॉर आइडेंटिटी एलीमेंट एग्जिस्ट इन G, जोड़ा आइडेंटिटी एलीमेंट है वो G दे विच एग्जिस्ट कर गया, ये प्रॉपर्टी सैटिस्फाई होगी। चौथी प्रॉपर्टी करनी है आप एग्जिस्टेंस ऑफ इनवर्स एलीमेंट, एग्जिस्टेंस ऑफ इनवर्स एलीमेंट, ये उवें ही है। चलो लैट करना होंदा आपां ने एक्स किहदे विच G विच, देयरफॉर एक्स की होगा पक्का ये पहला वांगू ही है सारा A1 किस बिलोंग कर रहा है इंटीजर। सो देखो इस तो बाद नाउ हुण एक्स विच आपां कितना ऐड करिए कि आंसर की बने आइडेंटिटी की है इसके 0, राइट तो ऐड कर लवो चाहे लैफ्ट तो ऐड कर लो, ये लभना आप कितना ऐड करिए, ये भी सीधा हिट एंड ट्राई मैथड निकल जाऊगा। एक्स विच जे आप -x ऐड करांगे तो कट जाएगा आप चांस 0 है। जो आइडेंटिटी एलीमेंट इनवर्स एलीमेंट तो आ गया अपने को, देयरफॉर -x की बन गया इनवर्स एलीमेंट। हुण ये चैक करना कि -x जोड़ा सैट विच आ रहा, तो -x हो गया अपने कोल माइनस ऑफ MA1, एक्स की वैल्यू भरती,
ਇਹਨੂੰ ਆਪਾਂ ਲਿਖ ਸਕਦੇ ਹੈਗੇ ਆ m ਇੰਟੂ ਮਾਈਨਸ a1 ਕੋਲ ਲੈ ਗਏ। ਇੱਦਾਂ ਕਿਉਂ ਕਰ ਰਹੇ ਹਾਂ ਆਪਾਂ? ਬਸ ਉਹੀ ਗੱਲ ਆ ਕਿ ਮਾਈਨਸ x ਨੂੰ ਆਪਾਂ ਕਿਹਦੇ ਵਿੱਚ ਲੈ ਕੇ ਆਉਣਾ? g 'ਚ ਲੈ ਕੇ ਆਉਣਾ। g ਵਿੱਚ ਕੀ ਨੇ ਸਾਰੇ? ਮਲਟੀਪਲ ਆਫ m। ਤਾਂ ਮਾਈਨਸ x ਨੂੰ ਕਿਸ ਤਰੀਕੇ ਨਾਲ ਆਪਾਂ m ਦਾ ਮਲਟੀਪਲ ਕਰਨਾ, ਤਾਂ ਫਿਰ ਆਪਾਂ m ਅਲੱਗ ਰੱਖ ਲਿਆ, ਇਹ ਆ ਗਿਆ। ਹੁਣ ਇਹਨੂੰ ਮਲਟੀਪਲ ਆਫ ਇਹ m ਨੂੰ ਮਲਟੀਪਲਾਈ ਕਰਕੇ x ਬਣ ਰਿਹਾ, ਇਹਨੂੰ ਮਲਟੀਪਲ ਆਫ m ਤਾਂ ਕਹਾਂਗੇ ਸਾਰਿਆਂ ਨੂੰ ਜੇ ਅੰਦਰ ਵਾਲਾ ਕੀ ਹੋਵੇ, ਆਪਾਂ ਇੰਟੀਜਰ ਹੋਵੇ। ਹੁਣ ਇਹ ਗੱਲ ਦੇਖਣੀ ਆ, ਇਹ ਇੰਟੀਜਰ ਚੈੱਕ ਕਰਨਾ। ਤੇ ਇੰਟੀਜਰ ਤਾਂ ਲੱਗੋ ਪਤਾ ਜੇ a1 ਬਾਰੇ ਪਤਾ ਹੋਊਗਾ। a1 ਬਾਰੇ ਪਤਾ, a1 ਕੀ ਹੈ? ਇੰਟੀਜਰ। ਜੇ ਕਿਸੇ ਇੰਟੀਜਰ ਆਪਾਂ ਅੱਗੇ ਮਾਈਨਸ ਪਾ ਦਈਏ ਸਾਈਨ, ਕੋਈ ਵੀ ਇੰਟੀਜਰ ਲੈ ਲਓ, 2 ਆ, ਜੇ ਅੱਗੇ ਮਾਈਨਸ ਸਾਈਨ ਪਾ ਦਈਏ ਤਾਂ ਵੀ ਇੰਟੀਜਰ ਹੀ ਰਹੂਗਾ। ਜੇ -2 ਲੈ ਲਿਆ ਆਪਾਂ, ਅੱਗੇ ਮਾਈਨਸ ਸਾਈਨ ਪਾ ਤਾਂ ਪਲੱਸ ਹੋ ਜਾਏਗਾ ਬਸ ਕੱਲਾ। ਤਾਂ ਇਹ ਪੱਕਾ ਕਿਹਦੇ ਵਿੱਚ ਆਊਗਾ? z ਵਿੱਚ ਆਏਗਾ। ਕਿਉਂ ਆਏਗਾ? ਬਿਕੋਜ਼ ਮਾਈਨਸ a1 ਕੀ ਹੋਊਗਾ? ਇੰਟੀਜਰ ਹੋਊਗਾ, g 'ਚ ਆਊਗਾ। ਸੌਰੀ ਗਲਤ ਹੋ ਗਿਆ, ਇਹ g 'ਚ ਆਊਗਾ। g 'ਚ ਕਿਉਂ ਆਊਗਾ? ਬਿਕੋਜ਼ ਮਾਈਨਸ a1 ਕੀ ਹੋ ਗਿਆ ਆਪਣੇ ਕੋਲ? ਇੰਟੀਜਰ ਹੋ ਗਿਆ। ਮਾਈਨਸ a1 ਇੰਟੀਜਰ ਕਿਉਂ? ਬਿਕੋਜ਼ a1 ਇੰਟੀਜਰ ਹੁਣ ਮਾਈਨਸ ਨਾਲ ਮਲਟੀਪਲਾਈ ਕਰਾਂਗੇ ਤਾਂ ਉਹ ਵੀ ਇੰਟੀਜਰ ਬਣੇਗਾ। ਇਸ ਕਰਕੇ ਆਇਡੈਂਟੀਟੀ ਇਨਵਰਸ ਐਲੀਮੈਂਟ ਵੀ ਸੈੱਟ ਵਿੱਚ ਆ ਗਿਆ। ਦੇਅਰਫੋਰ ਇਨਵਰਸ ਐਲੀਮੈਂਟ ਐਗਜ਼ਿਸਟ ਇਨ ਜੀ। ਇਹ ਚਾਰੇ ਪ੍ਰੋਪਰਟੀਆਂ ਹੋਲਡ ਕਰ ਗਈਆਂ, ਇਸ ਕਰਕੇ ਫਿਰ ਆਪਾਂ ਜੀ ਨੂੰ ਕੀ ਕਹਾਂਗੇ? ਗਰੁੱਪ ਹੋ ਗਿਆ। ਹੁਣ ਆਪਾਂ ਸ਼ੋਅ ਕਰਨਾ ਅਬੀਲੀਅਨ ਗਰੁੱਪ, ਉਹਦੇ ਵਾਸਤੇ ਕਮਿਊਟੇਟਿਵ ਪ੍ਰੋਪਰਟੀ ਹੋਲਡ ਕਰਾਉਣੀ ਆ, ਉਹ ਕਰਦੇ ਹਾਂ ਆਪਾਂ। कम्यूटेटिव प्रॉपर्टी होगी 5th, कम्यूटेटिव प्रॉपर्टी ये आप होल्ड करानी है। सो लैट कर लिया तो भी x ते y 2 g विचों ने पिछे लिखा सी आप देखो x की होगा ma1 की फॉर्म का, y होगा ma2 की फॉर्म का, a1 तो a2 दोनों किहदे विच होणगे? z च होणगे। ये एसोसिएटिव प्रॉपर्टी च लिया सी, जो क्लोजर प्रॉपर्टी विच भी लिया सी अपने। नाउ कम्यूटेटिव प्रॉपर्टी की होंदी है? रफ च देख लिया करो भला की प्रूव करना। आपने x प्लस वाई तो y प्लस एक्स ये दोनों का आंसर सारिਆਂ वास्ते इक्वल शो करना। फिर आप नाउ फिर आप x प्लस वाई करिया, ये ma1 ma2 आ गया। एंड y प्लस एक्स करिया आपने, ये आ गया ma2 ma1। ये चलो उपरों m कढ़ लो बाहर, a1 प्लस a2 आ, ये भी m कढ़ लो, ये a2 प्लस a1। गौर ना देखो ध्यान नाल, a1 तो a2 की ने इंटीजर ने, इंटीजर जिस तरह मर्जी ऐड कर लो, जिमें देख लो 1 प्लस 2 ले लो ਜਾਂ 2 प्लस 1 ले लो। इंटीजर आप जिस तरह मर्जी अगे पिछे ऐड कर लो, आंसर की आऊगा? सेम आऊगा हमेशा। जिमें 2 प्लस -3 लिया, -3 प्लस 2 लिया, जिस तरह मर्जी ऐड कर लो आंसर की आऊगा? हमेशा सेम आऊगा। इस करके फिर इन्हों आप लिख सकते हैं कि a2 प्लस a1 ऐड कर लवो, चाहे a1 प्लस a2 ऐड कर लो, ये दोनों गल्लां बराबर होणगियां, ये दोनों इक्वल आ गई। दे फिर आप कहांगे कि x प्लस वाई इक्वल टू वाई प्लस एक्स फॉर ऑल x y बिलोंग्स टू g, फॉर ऑल x प्लस वाई बिलोंग्स टू g। देयरफॉर कम्यूटेटिव प्रॉपर्टी होल्ड्स, जी कम्यूटेटिव प्रॉपर्टी हैगी वो भी होल्ड होगी। इस तो बाद ग्रुप शो करता, ये प्रॉपर्टी लग के बन गया अबिलियन ग्रुप। हुण आप शो करना इनफाइनाइट, फाइनाइट तो इनफाइनाइट आप सिर्फ जी च एलीमेंट चैक करने होंगे। ये आपको नहीं बनाया सीगा कि जी की सी अपने कोल, नाओ ये बनाया सी अपने जी की हैगा 0 प्लस माइनस m प्लस माइनस 2m प्लस माइनस 3 है, पिछे बनाया सीगा। ये एलीमेंट्स किन्ने होणगे?
ਇਨਫਾਈਨਾਈਟ ਮੈਣੀ। ਇਹ ਥੋੜ੍ਹੀ ਗੱਲ ਦੇਖਣੀ ਆ ਧਿਆਨ ਨਾਲ, ਐ ਨਹੀਂ ਕਿ ਪੱਕਾ ਹਮੇਸ਼ਾ ਐਲੀਮੈਂਟਸ ਇਨਫਾਈਨਾਈਟ ਮੈਣੀ ਹੋਣਗੇ। ਇਹ ਐਮ ਉੱਪਰ ਡਿਪੈਂਡ ਕਰਦਾ। ਐਮ ਉੱਪਰ ਕਿਵੇਂ ਡਿਪੈਂਡ ਕਰਦਾ? ਜੇ ਤੁਸੀਂ ਐਮ ਨੂੰ 0 ਮੰਨ ਲਵੋਗੇ, ਪਹਿਲਾ 0 ਆ, ਦੂਜਾ ਵੀ 0 ਬਣ ਜਾਏਗਾ, ਤੀਜਾ ਵੀ 0 ਬਣ ਜਾਏਗਾ, ਚੌਥਾ, ਸਾਰੇ 0 ਬਣ ਜਾਣਗੇ। ਮਤਲਬ ਸੈੱਟ ਵਿੱਚ ਐਲੀਮੈਂਟ ਇੱਕੋ ਹੋਊਗਾ, ਇਕੱਲਾ 0। ਇਹ ਕਿੰਨੇ ਐਲੀਮੈਂਟ ਨੇ? ਇੱਕੋ ਆ, ਗਿਣ ਸਕਦੇ ਹਾਂ ਆਪਾਂ, ਇਹਨੂੰ ਫਾਈਨਾਈਟ ਕਹਾਂਗੇ ਆਪਾਂ। ਪਰ ਇਹ ਕਨਫਿਊਜ਼ਨ ਨਹੀਂ ਹੈਗੀ ਇਹਦੇ ਵਿੱਚ। ਕਿਉਂ ਨਹੀਂ ਹੈਗੀ? ਬਿਕੋਜ਼ ਦਿੱਤਾ ਹੈ ਕੀ ਹੋਇਆ ਆਪਾਂ ਨੂੰ, ਐਮ ਨੋਨ ਜ਼ੀਰੋ। ਐਮ ਨੋਨ ਜ਼ੀਰੋ ਆ, ਜੇ 1 ਲਓਗੇ ਐਮ ਨੂੰ ਤਾਂ ਇਹ ਅਲੱਗ ਹੋਊਗਾ, ਇਹ ਅਲੱਗ ਹੋਊਗਾ, ਇਹ ਅਲੱਗ ਹੋਊਗਾ। ਜੇ 1 ਲਿਆ ਆਪਾਂ ਐਮ ਨੂੰ, +-1 +-2 +- ਤਾਂ ਨੰਬਰ ਬਹੁਤ ਸਾਰੇ ਬਣਨਗੇ। ਇਸ ਲਿਖ ਦਾਂਗੇ ਆਪਾਂ ਐਮ ਨੋਨ ਜ਼ੀਰੋ ਹੈ, ਹੈਜ਼, ਇਹਦੇ ਵਿੱਚ ਐਲੀਮੈਂਟਸ ਕਿੰਨੇ ਨੇ? ਇਨਫਾਈਨਾਈਟ ਨੰਬਰ ਆਫ ਐਲੀਮੈਂਟਸ। ਇਹਦੇ 'ਚ ਇਨਫਾਈਨਾਈਟ ਨੰਬਰ ਆਫ ਐਲੀਮੈਂਟਸ ਆ ਗਿਆ ਆਪਣੇ ਕੋਲ। ਦੇਅਰਫੋਰ ਜੀ ਨੂੰ ਕੀ ਕਹਾਂਗੇ ਆਪਾਂ? ਜੀ ਇਜ਼, ਪਹਿਲਾਂ ਸ਼ੋਅ ਕੀਤਾ ਆਪਾਂ ਨੇ ਗਰੁੱਪ, ਫਿਰ ਸ਼ੋਅ ਕੀਤਾ ਆਪਾਂ ਨੇ ਐਬੀਲੀਅਨ, ਫਿਰ ਕੀ ਬਣ ਗਿਆ ਇਹ ਸਾਰਾ? ਐਬੀਲੀਅਨ ਗਰੁੱਪ। ਅਤੇ ਨੰਬਰ ਆਫ ਐਲੀਮੈਂਟਸ ਕਿੰਨੇ 'ਚ? ਇਨਫਾਈਨਾਈਟ, ਤਾਂ ਇਹ ਬਣ ਗਿਆ ਇਨਫਾਈਨਾਈਟ ਐਬੀਲੀਅਨ ਗਰੁੱਪ। ਇਹ ਸਾਰੇ ਕੁਐਸਚਨ ਵਿੱਚ ਇਹੀ ਆ, ਜਦੋਂ ਸਟੇਟਮੈਂਟ ਸਮਝ ਆ ਗਈ, ਬਾਕੀ ਜਿਵੇਂ ਪ੍ਰੈਕਟਿਸ ਕਰੋਗੇ ਤਾਂ ਸਮਝ ਆਈ ਜਾਊਗਾ। ਮੇਨ ਫੋਕਸ ਸਟੇਟਮੈਂਟ ਪਰ, ਸਟੇਟਮੈਂਟ ਸਮਝ ਆ ਗਈ ਤਾਂ ਕੁਐਸਚਨ ਪ੍ਰੋਪਰਟੀਆਂ ਸੌਖੀਆਂ। ਉਸ ਤੋਂ ਬਾਅਦ ਤਾਂ ਕੁਐਸਚਨ ਵੱਧ ਤੋਂ ਵੱਧ ਟਰਾਈ ਕਰਨਾ, ਇਹਦੀ ਐਗਜ਼ਾਮਪਲਸ ਵੀ ਆਪ ਟਰਾਈ ਕਰ ਲਿਓ। ਇੱਕ ਕੁਐਸਚਨ ਹੋਰ ਕਰਵਾਉਣਾ ਹੈਗਾ, ਉਹ ਹੈਗਾ ਮੈਟ੍ਰਿਸਿਸ ਦਾ। ਸਟੇਟਮੈਂਟ ਪੜ੍ਹ ਰਹੇ ਹਾਂ ਜੀ, ਤੁਸੀਂ ਵੀ ਸਟੇਟਮੈਂਟ ਦੇਖ ਲਿਓ। ਸ਼ੋ ਦੈਟ ਦਾ ਸੈੱਟ ਜੀ, ਇਹ 'ਚ 2x2 ਮੈਟ੍ਰਿਕਸ ਆ, ਤੁਹਾਨੂੰ ਲੱਗ ਰਿਹਾ ਹੋਗਾ ਪਤਾ। ਵੇਅਰ ABCD ਬਿਲੋਂਗਸ ਟੂ ਰੀਅਲ ਨੰਬਰ ਸੱਚ ਦੈਟ AD - BC = 1 ਫੋਰਮਸ ਆ ਨੋਨ ਅਬੀਲੀਅਨ ਗਰੁੱਪ। ਇਹ ਸ਼ੋਅ ਕਰਨਾ ਆਪਾਂ ਨੇ। ਜੋ ਸਟੇਟਮੈਂਟ ਦੇਖਦੇ ਹਾਂ ਪਹਿਲਾਂ ਕੀ ਹੈ। ਜੀ ਦਿੱਤਾ ਹੋਇਆ ਸੈੱਟ ਆਪਾਂ ਨੂੰ। ਮੇਨ ਫੋਕਸ ਜਿਹੜਾ ਹੈਗਾ ਸਟੇਟਮੈਂਟ ਸਮਝਣ ਉੱਪਰ ਧਿਆਨ ਰੱਖਣਾ। ਸਟੇਟਮੈਂਟ ਕਹਿੰਦੀ ਕੀ ਆ, ਪ੍ਰੂਫ ਤਾਂ ਅੱਗੇ ਕਰ ਹੀ ਲਵਾਂਗੇ। ਸਟੇਟਮੈਂਟ 'ਚ ਹੈ ਕੀ ਹੈ? ਸਟੇਟਮੈਂਟ 'ਚ 2x2, ਰੋ ਵੀ 2 ਨੇ, ਕਾਲਮ ਵੀ 2 ਨੇ। ਇਹ 2x2 ਦਾ ਮੈਟ੍ਰਿਕਸ ਆ। 2x2 ਦੇ ਸਾਰੇ ਮੈਟ੍ਰਿਕਸ ਜਿਹੜੇ ਹੈਗੇ ਨੇ ਵੇਅਰ ABCD ਬਿਲੋਂਗਸ ਟੂ ਰੀਅਲ ਨੰਬਰ। 2x2 ਦੇ ਸਾਰੇ ਮੈਟ੍ਰਿਕਸ ਜਿਹੜੇ ਹੈਗੇ ਨੇ ਇਹ ਜੀ ਵਿੱਚ ਨੇ, ਸਾਰੇ ਨਹੀਂ ਹੈਗੇ। ਕੰਡੀਸ਼ਨ ਪਾਈ ਹੈ ਸੱਚ ਦੈਟ ਇੱਦਾਂ ਪਾ ਲਓ ਚਾਹੇ ਇਹਦੇ 'ਚ ਮੈਟ੍ਰਿਕਸ AD - BC = 1। ਚਲੋ ਇਹ ਫਾਰਮ ਕਰਨਾ ਹੈਗਾ, ਆਪਾਂ ਸ਼ੋਅ ਕਰ ਲਵਾਂਗੇ। ਬਾਕੀ ਤਾਂ ਹੁਣ ਸਟੇਟਮੈਂਟ ਸਮਝਣਾ ਕੀ ਹੈਗੀ। ਪਹਿਲੀ ਗੱਲ ਇਹ ਮਤਲਬ ਸਮਝਣਾ, ਮਤਲਬ ਕੀ ਹੈਗਾ। ਜੀ ਵਿੱਚ 2x2 ਦੇ ਮੈਟ੍ਰਿਕਸ ਆ ਰਹੇ ਨੇ, ਸਾਰੇ ਨਹੀਂ ਆ ਰਹੇ, ਉਹ ਆ ਰਹੇ ਨੇ ਜਿਹੜੇ ABCD ਤਿੰਨੇ ਰੀਅਲ ਨੰਬਰ ਹੋਣ, ਮਤਲਬ ਵਿਦਾਊਟ ਆਇਓਟਾ ਹੋਣ। ਜਿਵੇਂ 1 2 4 5 ਰੀਅਲ ਨੰਬਰ ਸਾਰੇ ਹੁੰਦੇ ਨੇ ਆਇਓਟਾ ਤੋਂ ਬਗੈਰ। 2/3 ਜਿਹੜਾ ਮਰਜ਼ੀ ਮੰਨ, ABCD ਕਿਤੇ ਆਇਓਟਾ ਨਹੀਂ ਆ ਰਿਹਾ, ਆਇਓਟਾ ਨਹੀਂ ਆ ਰਿਹਾ, ਇਸ ਕਰਕੇ ਇਹ ਮੈਟ੍ਰਿਕਸ ਇਹ 'ਚ ਹੀ ਬਣੇਗੀ। ਜਿਵੇਂ ਆਹ ਪਾ ਦਈਏ ਆਪਾਂ ਆਇਓਟਾ 2/3 4 3, ਇੱਦਾਂ ਦੇ ਇਹਦੇ ਵਿੱਚ ਨਹੀਂ ਆ ਰਹੇ ਹੈਗੇ ਮੈਟ੍ਰਿਕਸ। ਪਹਿਲੀ ਗੱਲ, 2 ਕੰਡੀਸ਼ਨਾਂ ਨੇ ਇਹਦੇ ਵਿੱਚ। ਫਸਟ ਕੰਡੀਸ਼ਨ ਤਾਂ ਇਹ ਹੈ ਕਿ ABCD ਰੀਅਲ ਨੰਬਰ ਹੋਣ। ਚਲੋ ਇਹ ਸਾਰੇ ABCD ਰੀਅਲ ਨੰਬਰ ਮਤਲਬ ਵਿਦਾਊਟ ਆਇਓਟਾ ਹੋਣ। ਦੂਜੀ ਗੱਲ ਕੀ ਹੈ? ਦੂਜੀ ਗੱਲ ਦੇਖਣੀ, ਪਹਿਲੀ ਗੱਲ ਆਇਓਟਾ ਨਾ ਹੋਵੇ, ਦੂਜੀ ਗੱਲ ਆਹ ਦੇਖਣੀ ਹੈ AD - BC। ਇਹ ਹੈ ਕੀ ਹੈ? ਜੇ ਗੌਰ ਨਾਲ ਦੇਖੀਏ ਆਪਾਂ ABCD ਦਾ, ਜੇ ਆਪਾਂ ਇਹ ਕੱਢਿਆ ਡਿਟਰਮੀਨੈਂਟ, ਜੇ ਡਿਟਰਮੀਨੈਂਟ ਕੱਢੀਏ ਆਪਾਂ, ਇਹ ਹੁੰਦਾ ਹੈਗਾ AD - BC। ਮਤਲਬ ਕਿ ਇਹ ਡਿਟਰਮੀਨੈਂਟ ਦੀ ਗੱਲ ਹੋ ਰਹੀ ਆ। ਡਿਟਰਮੀਨੈਂਟ ਮਤਲਬ ਪਹਿਲੀ ਗੱਲ ਕੀ ਚੈੱਕ ਕਰਨੀ ਆ ਆਪਾਂ? 3 ਗੱਲਾਂ ਚੈੱਕ ਕਰਨੀਆਂ। ਪਹਿਲਾਂ 2x2 ਦਾ ਮੈਟ੍ਰਿਕਸ ਹੋਵੇ, ਪਹਿਲੀ ਗੱਲ। ਦੂਜੀ ਗੱਲ, ਚਾਰੇ ਕੀ ਹੋਣ ਆਪਣੇ ਕੋਲ? ਰੀਅਲ ਨੰਬਰ ਹੋਣ।
तीजी गल ये मैट्रिक्स का डिटरमिनेंट की आवे पक्का 1 होवे। जे तिन्ने गल्लां हैगियां ने उदां दे सारे मैट्रिसेस जी विच ने। पहली गल 2x2 का मैट्रिक्स होवे, चारे जिहड़े एलीमेंट ने रियल नंबर होण ते इहदा डिटरमिनेंट की होवे 1। ये तिन्ने गल्लां जे होण तां वो सारे एलीमेंट जो सारे मैट्रिसेस जिहड़े हैगे ने वो जी च आउणगे पक्का। ये स्टेटमेंट का मीनिंग। बाकी का प्रूव कर लवांगे आप। अबिलियन ग्रुप नॉन अबिलियन ग्रुप शो करना अपन ग्रुप शो करांगे, चाहे प्रॉपर्टी शो करांगे। तो पंजी प्रॉपर्टी की होगी अपने को कमोडिटी प्रॉपर्टी, वो गलत शो करनी है अपन, तो ही की बनेगा नॉन अबिलियन। इनू करते हैं आप, बाकी करांगे होर समझ आ जाएगा। पहली प्रॉपर्टी लानी है अपन क्लोजर प्रॉपर्टी। थोड़ी जी ये +2 का मैट्रिसिस की प्रॉपर्टी डिटरमिनेंट की प्रॉपर्टीज आउणगियां, वो देख लियो। जे आउंदियां चंगी गल, जे नहीं आउंदियां किते नोट कर लियो साइड ते। जो क्लोजर प्रॉपर्टी लानी है ये की हुंदा हैगा, पहला आपां ने कोई दो एलीमेंट ए बी तो है, जो कोई दो एलीमेंट एक्स वाई जिहड़े हैगे ने आपां जी चों मारने। हुण ये गल समझ के करनी है आपां। जे तुहानूं ध्यान चो पिछले लेक्चर में अपने पिछले लेक्चर में किया सीगा, जिवें पावर सैट सीगा, उहदे विच आपां ने समॉल लैटर नहीं लए सी ए बी, वो कहा सी आपां ने कि कैपिटल लैटर लैणे ए बी। ये काम जे समझ के करोगे इंटरस्टिंग भी लगूगा तो समझ भी आऊगा प्रॉपर। रट्टा मारोगे फिर औखा हो जाऊगा। हुण ए बी क्यों लाए, बिकॉज ये की ने अपने को सैट ने, तो सैट नूं रिप्रजेंट करने वास्ते तरीका की होंदा, हमेशा कैपिटल लैटर यूज़ करने होंगे। जिवें सैट नूं आपां रिप्रजेंट करने वास्ते लिखण वास्ते कैपिटल लैटर यूज़ करने होंदे ने, उवें मैट्रिक्स नूं भी लिखण वास्ते मैट्रिक्स का नाम देना है आपां ने, इनू भी रिप्रजेंट करने वास्ते हमेशा कैपिटल लैटर ही यूज़ करने होंदे ने, समॉल लैटर नहीं यूज़ करने हैं। मतलब कि जी विच की ने सारे मैट्रिसिस, तो मैट्रिसिस नूं रिप्रजेंट करने वास्ते समॉल लैटर नहीं यूज़ करने हैं, आपां ने कैपिटल लैटर यूज़ करने। मैं ए ते बी लै रही, ये गल्लां ध्यान रखनियां थोड़ी जी। तो ए बी आपां जी चो ले ले। हुण गौर नाल देखो ए किस फॉर्म का होगा, ए नूं आपां मान लिया ए पक्का की होगा 2x2 का मैट्रिक्स। हुण गल समझे करो इंटरस्टिंग आप ही लगूगा। हुण ए जी चो मनना, जी च की है 2x2 का मैट्रिक्स, ए जी दे विच जे ए जी दे विच हैगा तो ए पक्का की होगा 2x2 का मैट्रिक्स। चारे की होणगे पक्का एलीमेंट रियल नंबर होणगे, अते इहदा डिटरमिनेंट पक्का की होगा 1 होगा, कि बी जी विच 3 प्रॉपर्टियां ने, मैट्रिक्स भी होगा 2x2 का, चाहे रियल नंबर भी होणगे, अते डिटरमिनेंट की होगा अपने को 1 दे इक्वल होगा। तो इहदे विच आपां लै लिया ए नूं A1 B1 C1 D1 वेयर A1 B1 C1 D1 ये चारे की होंगे रियल नंबर जी विच आ रहा है। एंड ए दा इदां पा रहा मैं डिटरमिनेंट की होगा पक्का 1, डिटरमिनेंट ऑफ ए पक्का 1। ये मैं जान के इदां पाया, वैसे इदां भी पा सकते हैं आप A1 D1 माइनस B1 C1 इक्वल टू 1। इदां सौखा लग रहा तो इदां पा रहे हैं। उस तो बाद हुण बी भी तो आप जी च मन्निया, जे बी भी जी च मन्निया देयरफॉर बी भी जिहड़ा होगा वो A2 B2 C2 D2 की फॉर्म का होगा, वेयर A2 B2 C2 D2 रियल नंबर होंगे, अते डिटरमिनेंट ऑफ बी की होगा पक्का 1 होगा। हुण क्लोजर प्रॉपर्टी की कहती है आप ये ऑपरेशन दिता है, आप थोड़ी ये मिसप्रिंटिंग वो चैक कर लियो। ये अपन ऑपरेशन दिता है, ये ऑपरेशन जोड़ा है आप मल्टीप्लाई लेना है, ये मिस है ये ऑपरेशन जोड़ा होगा ये मल्टीप्लिकेशन होगा। तो ये अपने को फिर आप हम मल्टीप्लाई वास्ते ए बी चैक करना, ए बी का आंसर जी विच आ रहा फॉर ऑल ए बी बिलोंग्स टू जी। जे तो आ गया फिर ये प्रॉपर्टी होल्ड कर लेगी, मतलब आप दोनों मल्टीप्लाई कर लेने। हुण गल समझ नहीं आ ये जी च कदों आऊगा,
मल्टीप्लाई करके जी 3 गल्लां ने 2/2 का मैट्रिक्स होगा, रियल नंबर होंगे सारे अंदर एलीमेंट, और डिटरमिनेंट की होगा, डिटरमिनेंट पक्का 1 होगा। ये अपने को देखो ध्यान नाल, इनू आपने मल्टीप्लाई करना 2/2 का मैट्रिक्स शो करना। पहली गल जो भी एलीमेंट आ रहे हैं इन्हें मल्टीप्लाई करके अंदर उन्होंने की शो करना, पर रियल शो करना, तो डिटरमिनेंट की शो करना आप 1। तीनों गल्लां शो करती फिर आप कहांगे जी विच आ जाएगा, फिर क्लोज प्रॉपर्टी होल्ड कर जाएगी। स्टैप तो आप ही बन जाएंगे जी जे समझ आ गया थानू। चलो मैं रब कर रहा था। चलो देखो नाओ फिर आप मल्टीप्लाई किया ए बी, हुण A1 B1 C1 D1 A2 B2 C2 D2 इन्हें मल्टीप्लाई किया। उवें है जो मैट्रिक्स मल्टीप्लाई करते हैं, ये रो नूं कॉलम मल्टीप्लाई करना होंदा, ये मल्टीप्लाई कर लें आप, वो देख लो A1 A2 B1 C2 पहला एलीमेंट, A1 B2 B1 D2 दूजा एलीमेंट, C1 A2 D1 C2 C1 B2 D1 D2 आह अपने को मैट्रिक्स आ गया। हुण इहनूं आपां जी च लैके आउणा। पहली गल सही आ, सही क्यों आ, रो भी 2 ने ये कॉलम भी 2 ने, ये 2/2 का मैट्रिक्स है, ये 2/2 का मैट्रिक्स आ गया। ये लैके आना मैं रफ च पाया जी, ये रफ काम, ये 2/2 का मैट्रिक्स है। दूजी गल इनू शो करना कि नंबर सारे की होंगे, रियल नंबर होंगे। हुण ये देखना रियल नंबर होंगे कि नहीं होंगे। जे तो इन्होंने आयोटा आ गया, इन्होंने आयोटा आ गया, फिर रियल नंबर नहीं है। हुण ये तो फिर आयोटा आऊगा कि नहीं आऊगा, तो A1 A2 B1 C2 इन्हों पर डिपेंड करेगा ये नंबर किदां दे ने। गौर नाल देखो ये नंबर सारे की मन्ने हुए हैं, अपने रियल मन्ने हुए, किसी आयोटा नहीं है, किसी नंबर च आयोटा नहीं है। जिस तरह मर्जी प्लस माइनस प्लस कर लो, मल्टीप्लाई कर लो, जिमें ना ये आयोटा ना ये आयोटा, मल्टीप्लाई करांगे आयोटा नहीं आऊगा, ना ये आयोटा ना ये आयोटा, मल्टीप्लाई करांगे आयोटा नहीं आऊगा, ये भी आयोटा नहीं आ रहा, ये भी नहीं आ रहा, तो ऐड करांगे आयोटा नहीं होगा। मतलब कि ये नंबर सारे पक्का की होंगे, रियल नंबर होंगे। सीधा ही लिख रहा मैं, ये लिखना बहुत लंबा हो जाएगा। ऑल एलिमेंट्स ऑफ अबव मैट्रिक्स आर रियल। क्यों? बिकॉज A1 B1 C1 D1 ये चारे कॉमा A2 B2 C2 D2 ये सारे रियल नंबर ने, इस करके फिर ये रियल नंबर भी हो गया। 2/2 का मैट्रिक्स भी शो हो गया, रियल नंबर भी हो गए सारे। हुण डिटरमिनेंट फाइंड करना, हुण डिटरमिनेंट कड्डांगे तो बहुत औखा लग रहा, इन्होंने मल्टीप्लाई करांगे। फिर सौखी तरीका की है ये जिहड़ियां प्रॉपर्टी सीगियां 12th क्लास दे विच, वो किवें A B का की कढ़ना अपने डिटरमिनेंट। ये प्रॉपर्टी की सीगी कि मल्टीप्लाई वास्ते आपां डिटरमिनेंट अलग अलग कर सकते हैं, ये प्रॉपर्टी सी। गौर देख लो, ये मल्टीप्लाई करके फिर डिटरमिनेंट कढ़िया, ये पहला ए का डिटरमिनेंट किया, फिर B का डिटरमिनेंट किया, बाद चों मल्टीप्लाई किया। पहला मल्टीप्लाई किया, बाद में आप डिटरमिनेंट कढ़िया है, ये पहला डिटरमिनेंट्स फाइंड किए ने, बाद चों मल्टीप्लाई किया। जिस तरह मर्जी कर लो, वो आंसर आऊगा सेम। ये +2 में प्रॉपर्टी सी आंसर इक्वल होंगे। ਇਹਦਾ ਕੀ फ़ायदा हो गया, काम बहुत सौखा हो गया। ਇਹਦੀ वैल्यू ਦਿੱਤੀ भी अपन देखो 1, वो भी 1 सीधा आंसर 1 आ गया। वो मल्टीप्लाई करने का काम बच गया ये अपना, तो सारा कुछ हो गया। 2/2 का मैट्रिक्स शो करता, सारे एलीमेंट्स आप रियल शो करते, डिटरमिनेंट कितना शो करता 1। देयरफॉर आप कह सकते हैं कि AB बिलोंग्स टू G होगा फॉर ऑल AB, फॉर ऑल AB बिलोंग्स टू G। ये अपने को आंसर आ गया। देयरफॉर क्लोज प्रॉपर्टी अपनी होल्ड कर।
ਹੁਣ ਦੇਖੋ ਐਸਿਡ ਦੀ ਪ੍ਰੋਪਰਟੀ ਕਿਵੇਂ ਸੌਖੀ ਹੋ ਜੂਗੀ। ਐਸੋਸੀਏਟਿਵ ਪ੍ਰੋਪਰਟੀ ਕਰ ਰਹੇ ਆਪਾਂ, ਦੂਜੀ ਪ੍ਰੋਪਰਟੀ ਐਸੋਸੀਏਟਿਵ ਪ੍ਰੋਪਰਟੀ। ਲੈਟ ਕਰਾਂਗੇ ਆਪਾਂ A B C ਬਿਲੋਂਗਸ ਟੂ G, ਤਿੰਨ ਐਲੀਮੈਂਟ G ਚ ਲਏ ਆਪਾਂ ਕੀ ਚੈੱਕ ਕਰਨਾ ਕਿ ਪਹਿਲਾਂ A B ਮਲਟੀਪਲਾਈ ਕਰਕੇ ਫਿਰ C ਨੂੰ ਮਲਟੀਪਲਾਈ ਕਰ ਲਓ, ਚਾਹੇ ਪਹਿਲਾਂ ਇੱਦਾਂ ਮਲਟੀਪਲਾਈ ਪਹਿਲਾਂ B C ਮਲਟੀਪਲਾਈ ਕਰ ਲਓ ਬਾਅਦ 'ਚ ਇਹਦਾ ਮਲਟੀਪਲਾਈ ਕਰ ਲਓ, ਇਹ ਸ਼ੋਅ ਕਰਨਾ ਆਪਾਂ। ਇਹ 'ਚ ਹੀ ਪੱਕਾ ਇਕੁਅਲ ਹੁੰਦੀ ਹੈ। ਮੈਟ੍ਰਿਸਿਸ ਦੇ ਵਿੱਚ +2 ਵੀ ਟੌਪਿਕ ਹੁੰਦਾ ਸੀਗਾ ਕਿ ਮਲਟੀਪਲੀਕੇਸ਼ਨ ਜਿਹੜੀ ਹੁੰਦੀ ਹੈ ਮੈਟ੍ਰਿਸਿਸ ਦੀ ਹਮੇਸ਼ਾ ਐਸੋਸੀਏਟਿਵ ਹੁੰਦੀ ਹੈ, ਜੋ ਮਰਜ਼ੀ ਹੋ ਮੈਟ੍ਰਿਸਿਸ, ਇਹ ਹਮੇਸ਼ਾ ਬਰਾਬਰ ਹੋਊਗਾ ਫॉर ऑल, ਸਿੱਧੇ ਲਿਖਣਾ ਆਪਾਂ ਬਿਲੋਂਗਸ ਟੂ G। ਕਿਉਂ? ਬਿਕੋਜ਼ +2 ਵਿੱਚ ਪੜ੍ਹਿਆ ਆਪਾਂ ਨੇ ਮਲਟੀਪਲੀਕੇਸ਼ਨ ਆਫ ਮੈਟ੍ਰਿਸਿਸ ਇਜ਼ ਐਸੋਸੀਏਟਿਵ, ਇਹ +2 ਵਿੱਚ ਸੀਗਾ ਟੌਪਿਕ। ਇਹ ਪਹਿਲਾਂ ਵੀ ਗੱਲਾਂ ਕੀਤੀਆਂ, BSc ਕਰ ਰਹੇ ਹਾਂ ਆਪਾਂ, ਤਾਂ ਛੋਟੀ ਕਲਾਸ ਦੇ ਟੌਪਿਕ ਆਪਾਂ ਡਾਇਰੈਕਟ ਯੂਜ਼ ਕਰ ਸਕਦੇ ਹੁੰਦੇ ਇਹਦੇ ਵਿੱਚ, ਤਾਂ ਇਹ ਲਿਖ ਲਿਓ ਦੇਅਰਫੋਰ ਐਸੋਸੀਏਟਿਵ ਪ੍ਰੋਪਰਟੀ ਵੀ ਹੋਲਡ ਕਰਦੀ। ਹੁਣ ਤੀਜੀ ਪ੍ਰੋਪਰਟੀ ਹੈਗੀ ਹੈ ਐਗਜ਼ਿਸਟੈਂਸ ਆਫ ਆਈਡੈਂਟਿਟੀ ਐਲੀਮੈਂਟ, ਇਹ ਕਰਨਾ ਆਪਾਂ ਐਗਜ਼ਿਸਟੈਂਸ ਆਫ ਆਈਡੈਂਟਿਟੀ ਐਲੀਮੈਂਟ। ਜੋ ਲੈਟ ਕੀਤਾ ਪਹਿਲਾਂ ਆਪਾਂ ਨੇ A ਬਿਲੋਂਗਸ ਟੂ G ਆ। ਹੁਣ ਥੋੜ੍ਹਾ ਦਿਮਾਗ 'ਚ ਇਹਦੇ ਕਰਦੇ ਹਾਂ ਆਪਾਂ, ਥੋੜ੍ਹੇ ਦਿਮਾਗ 'ਚ ਗੱਲ ਆ ਰਹੀ ਹੋਵੇ। ਉਰੇ ਆਪਾਂ ਜੇ ਪਿੱਛੇ A ਦੀ ਵੈਲਿਊ ਮੰਨੀ ਸੀ ਮੈਟ੍ਰਿਕਸ ਦੇ ਵਿੱਚ A1 B1 C1 D1 B ਮੰਨਿਆ ਸੀ, ਉਰੇ ਆਪਾਂ A B C D ਲਿਖੇ ਨਹੀਂ ਹੈਗੇ। ਲਿਖੇ ਕਿਉਂ ਨਹੀਂ ਹੈਗੇ? ਲੋੜ ਹੀ ਨਹੀਂ ਹੈਗੀ ਆਪਾਂ ਨੂੰ, ਇਹ ਤਾਂ ਪੱਕਾ ਬਰਾਬਰ ਹੋਣਗੇ। ਪਿੱਛੇ ਤਾਂ ਕੱਢਿਆ ਸੀ ਨਾ ਆਪਾਂ, ਸੋਲਵ ਕੀਤਾ ਸੀ ਪੂਰਾ, ਉਰੇ ਪੱਕਾ ਇਕੁਅਲ ਹੀ ਹੋਣਗੇ ਸਰ, ਕਿ ਲੋੜ ਨਹੀਂ ਮੰਨਣ ਦੀ ਇਹਨਾਂ ਨੂੰ ਕੀ ਹੋਣਗੇ। ਜਿੱਥੇ ਤਾਂ ਆਪਣਾ ਜਿੰਨਾ ਕੰਮ ਘੱਟ ਸਰ ਰਿਹਾ ਹੋਵੇ ਆਪਣਾ ਲਿਖਣ ਦਾ ਕੰਮ, ਉਹਨਾਂ ਘੱਟ ਲਿਖਣਾ ਹੈਗਾ ਆਪਾਂ ਨੇ। ਹੁਣ ਜੇ ਆਪਾਂ ਮੰਨ ਵੀ ਲੈਂਦੇ, ਮੰਨ ਲਓ A ਕੀ ਆ ਆਪਣੇ ਕੋਲ A1 B1 C1 D1, ਇਹ ਤਾਂ ਮੰਨਣਾ ਪੈਂਦਾ ਆਪਾਂ ਨੂੰ, ਫਿਰ ਅੱਗੇ B ਮੰਨ ਲਾਂਗੇ। ਇਹ ਤਾਂ ਮੰਨਦੇ ਆਪਾਂ ਜੇ ਇਹਨਾਂ ਨੂੰ ਮਲਟੀਪਲਾਈ ਕਰਕੇ ਦਿਖਾਉਂਦੇ ਆਪਾਂ, ਪਹਿਲਾਂ ਆਹ ਸੋਲਵ ਕਰਦੇ ਫਿਰ ਆਹ ਸੋਲਵ ਕਰਦੇ, ਫਿਰ ਲੋੜ ਸੀ ਮੰਨਣ ਦੀ। ਹੁਣ ਇਹਦਾ ਮਲਟੀਪਲਾਈ ਕਰਕੇ ਦਿਖਾਉਣੀ ਦੀ ਆਪਾਂ ਪਤਾ ਹੀ ਕਿ ਸਿੱਧੇ ਬਰਾਬਰ ਹੋਣਗੇ, ਜੇ ਨਹੀਂ ਦਿਖਾਉਣਾ ਫਿਰ ਲੋੜ ਨਹੀਂ ਇਸ ਕੇਸ 'ਚ ਮੰਨਣ ਦੀ ਆਪਾਂ ਨੂੰ। ਹੁਣ ਉਰੇ ਦੇਖਦੇ ਹਾਂ ਮੰਨਣਾ ਹੈ ਕਿ ਨਹੀਂ ਹੈ। ਹੁਣ ਦੇਖਣਾ ਆਪਾਂ A ਨੂੰ ਕਿਸ ਨਾਲ ਮਲਟੀਪਲਾਈ ਕਰੀਏ ਕਿ ਆਨਸਰ A ਆਵੇ। A ਨੂੰ ਕਿਸ ਰਾਈਟ ਤੋਂ ਮਲਟੀਪਲਾਈ ਕਰ ਲਈਏ A ਤੋਂ, ਚਾਹੇ A ਦੇ ਲੈਫਟ ਤੋਂ ਮਲਟੀਪਲਾਈ ਕਰ ਲਈ, ਜਿੱਧਰੋਂ ਮਰਜ਼ੀ ਮਲਟੀਪਲਾਈ ਕਰ ਲਈ, ਆਨਸਰ ਸੇਮ ਆ। ਹੁਣ ਮੈਟ੍ਰਿਕਸ ਦੇ ਵਿੱਚ ਮਲਟੀਪਲਾਈ ਵਾਸਤੇ ਯਾਦ ਹੋਵੇ ਕੁਛ +2 ਵਿੱਚ I 1 ਦਾ ਕੰਮ ਕਰਦਾ ਹੁੰਦਾ ਮਲਟੀਪਲਾਈ ਵਾਸਤੇ, ਮਤਲਬ I ਨੂੰ ਕਹਿੰਦੇ ਹੁੰਦੇ ਆਪਾਂ ਆਈਡੈਂਟਿਟੀ ਮੈਟ੍ਰਿਕਸ। ਮਤਲਬ ਜੇ A ਨੂੰ I ਨਾਲ ਮਲਟੀਪਲਾਈ ਕਰਾਂਗੇ, ਇਹ 1 ਦਾ ਕੰਮ ਕਰਦਾ ਹੁੰਦਾ ਕਿ 1 × A ਹੋਊਗਾ, ਜਿੱਧਰੋਂ ਮਰਜ਼ੀ ਮਲਟੀਪਲਾਈ ਕਰ ਲਓ। ਇਹ ਹਿੱਟਨ ਟ੍ਰਾਇਲ ਨਾਲ ਕੱਢ ਲਿਆ। ਵੇਅਰ I ਕੀ ਹੁੰਦਾ? ਫॉर ऑल A ਬਿਲੋਂਗਸ ਟੂ ਜੀ। ਵੇਅਰ I ਹੁੰਦਾ ਹੈਗਾ ਆਪਣੇ ਕੋਲ ਆਈਡੈਂਟਿਟੀ ਮੈਟ੍ਰਿਕਸ, ਮਤਲਬ 1 0 0 1, ਇਹ ਆਈਡੈਂਟਿਟੀ ਮੈਟ੍ਰਿਕਸ ਹੁੰਦਾ। ਇਹ ਹਿੱਟ ਐਂਡ ਟਰਾਈ ਮੈਥਡ ਨਾਲ ਕੱਢ ਲਿਆ। ਦੇਖੋ ਲੋੜ ਤਾਂ ਹੈ ਨਹੀਂ A ਦੀ, ਆਪਾਂ ਸਿੱਧਾ ਪਤਾ ਕਿ A ਜੋ ਮਰਜ਼ੀ ਹੋਵੇ ਹਮੇਸ਼ਾ ਬਰਾਬਰ ਹੀ ਆਊਗਾ, ਤਾਂ A ਨੂੰ ਲੋੜ ਨਹੀਂ ਮੰਨਣ ਦੀ, ਉਵੇਂ A1 B1 C1 D1। ਚਲੋ ਆਈਡੈਂਟਿਟੀ ਐਲੀਮੈਂਟ ਤਾਂ ਨਿਕਲ ਗਿਆ। ਹੁਣ ਚੈੱਕ ਕਰਨਾ ਸੈੱਟ ਵਿੱਚ ਆ ਰਿਹਾ, ਸੈੱਟ ਕੀ ਹੈ G ਚੈੱਕ ਕਰਨਾ ਕਿ ਇਹ G ਦੇ ਵਿੱਚ ਆ ਰਿਹਾ, ਹੁਣ ਇਹ ਚੈੱਕ ਕਰਨਾ ਆਪਾਂ ਨੇ। ਤਿੰਨ ਗੱਲਾਂ ਚੈੱਕ ਕਰਨੀਆਂ, ਪਹਿਲਾਂ 2/2 ਹੈਗਾ 2/2 ਦਾ ਮੈਟ੍ਰਿਕਸ। ਦੂਜੀ ਗੱਲ ਚਾਰੇ ਐਲੀਮੈਂਟ ਕੀ ਹੋਣ ਰੀਅਲ ਨੰਬਰ ਕੀ ਹੁੰਦਾ ਵਿਦਾਊਟ ਆਇਓਟਾ, ਕਿਸੇ 'ਚ ਆਇਓਟਾ ਨਹੀਂ ਆ ਰਿਹਾ, ਇਹ ਵੀ ਗੱਲ ਠੀਕ ਹੈ। ਤੀਜੀ ਗੱਲ ਇਹਦਾ ਕੀ ਕੱਢਣਾ ਆਪਾਂ ਨੇ ਡਿਟਰਮੀਨੈਂਟ, ਜੇ ਡਿਟਰਮੀਨੈਂਟ ਆਪਣੇ ਕੋਲ 1 ਆ ਗਿਆ ਤਾਂ G 'ਚ ਆ ਜਾਊਗਾ, ਸਿੱਧਾ ਲਿਖ ਦਿਓ ਇਹ ਬਿਕੋਜ਼ G 'ਚ ਆ ਰਿਹਾ, ਬਿਕੋਜ਼ ਕਿਉਂ ਡਿਟਰਮੀਨੈਂਟ ਆਫ I ਕਿੰਨਾ ਹੋਊਗਾ ਇਹ ਕੱਢ ਲਓ, 1 × 1 ਕੀਤਾ 1 ਆ ਗਿਆ, -0 ਇਹ 1 ਆਨਸਰ ਆ। Therefore ਆਈਡੈਂਟਿਟੀ ਐਲੀਮੈਂਟ ਨਿਕਲ ਵੀ ਗਿਆ, ਐਗਜ਼ਿਸਟ ਇਨ G।
ये तुम आप लिख लियो देयरफॉर आइडेंटिटी एलीमेंट एग्जिस्ट इन जी। तो आइडेंटिटी एलीमेंट भी आ गया। हुण करना हैगा आपां ने इनवर्स। चौथी प्रॉपर्टी करनी है एग्जिस्टेंस ऑफ इनवर्स एलीमेंट। एग्जिस्टेंस ऑफ इनवर्स एलीमेंट जो लेट कर लिया आपां ए बिलोंग्स टू जी। हुण ए नूं आपां किहदे नाल मल्टीप्लाई करिए कि आंसर आइडेंटिटी बने। आइडेंटिटी की है आई है, चाहे राइट तो मल्टीप्लाई कर लीए चाहे लैफ्ट तो मल्टीप्लाई कर लीए। ये गल चैक करनी है आपां। हुण ये प्रॉपर्टी सीगी क्योंकि 10th क्लास दे विच ए नूं आपां पक्का ए इनवर्स नाल मल्टीप्लाई कर देना तां आई पांदा। ए नूं पक्का ए इनवर्स नाल मल्टीप्लाई करांगे तां ओह आई बनदा। चलो ए इनवर्स आ गया। हुण चैक करना कि जिहड़ा ए इनवर्स आ कि वो जी च आ रहा। मुझे प्रॉब्लम आऊगी। हुण ए इनवर्स पहलां कड्डांगे। इनवर्स जिवें आपां पहलां कोफैक्टर मैट्रिक्स में कड्डदे एक डायरैक्ट तरीका भी करांगे आपां इहदे विच, उदां कर लिओ। इनवर्स पहलां कड्डांगे आपां जिवें लास्ट सैमेस्टर विच किता इनवर्स किवें कड्ढे सी। जे ध्यान चो कोफैक्टर मैट्रिक्स में आके ट्रांसपोज लैके एडजॉइंट बनदा सीगा डिवाइड बाय डिटरमिनेंट, वो इनवर्स हुंदा सी। पहले इनवर्स कड्ढना पैना आपां नूं, तां ही चैक करांगे जी च आ रहा है एलीमेंट रीयल आ रहे हैं कि नहीं आ रहे, डिटरमिनेंट वन बनता कि नहीं बनता। फिर ए इनवर्स तो तां निकलू जे ए बारे पता होगा आपां तां ही इनवर्स कड्ढांगे आपां कोफैक्टर करके सारा कुछ। तो लग रहा हो रहा कि आपां नूं ए मनना पैना तां जो आपां इनवर्स कढ़ सकीए। A1 B1 C1 D1 वेयर A1 B1 C1 D1 बिलोंग्स टू रियल नंबर। हुण ये रफ काम से चैक करना। हुण इनवर्स कढ़ते हैं। इनवर्स बाकी थोड़ी अपनी प्रैक्टिस है जी कर लियो। कोफैक्टर कढ़ने ट्रांसपोज करना एडजॉइंट जिवें लास्ट सैमेस्टर न्यूमेरिकल मैथड दे विच कीता सी आपां ने। हुण डायरैक्ट भी कढ़ सकते आपां ए एडजॉइंट सीधा कढ़ सकते हैं आपां। सीधा किवें कढ़ सकते एडजॉइंट ये दो तुसीं आपस 2/2 वास्ते सीधा कढ़ सकते। ये दो तुसीं आपस इंटरचेंज करने होंदे ने। इंटरचेंज मतलब कि D1 E1 ये दो आपस इंटरचेंज करने होंदे ने ते बाकी दो दे अगे ना अगे माइनस साइन पाना होंदा। ये करके देख लियो चाहे एडजॉइंट थोड़ा यह आऊगा जिवें कोफैक्टर मैट्रिक्स कढ़ के सीधा लिख सकते हैं आप +2 हैगा सी ये एडजॉइंट आ गया डिवाइड बाय डिटरमिनेंट। डिटरमिनेंट कितना होगा A1 D1 जैं पा लो डिवाइड बाय डिटरमिनेंट। ये एडजॉइंट 1/A डिटरमिनेंट इन्हूं ए इनवर्स कहते हैं। हुण ए आपां नूं गिवन सी इस दे विच जी च मन्निया आपां ने तो ए का डिटरमिनेंट कितना हैगा पक्का 1। तो इनवर्स की बन गया D1 - B1 - C1 A1। ये अपना इनवर्स आ गया। हुण की चैक करना कि यह जी च आ रहा। हुण जी च तीन गल्लां सीगियां 2/2 का मैट्रिक्स चाहिए जी दे विच 2/2 का मैट्रिक्स हैगा। फिर चाहिए आपां नूं कि चारे की होना अपने कोल रियल नंबर होना। हुण ये 4 रियल नंबर चैक करना। ये रियल नंबर ही ने सारे A1 B1 C1 D1। A1 तो D1 तो सीधे रियल नंबर है। B1 जो रियल आप अगे माइनस पावांगे रियल नंबर ही होगा। आयोटा तो नहीं आना है, ये भी आयोटा नहीं आना है। C1 दे विच रियल नंबर भी हो गए। तीजी गल की कड्डांगे आप डिटरमिनेंट वो कढ़ लेने आप डिटरमिनेंट 1 आ रहा कि नहीं आ रहा। जो 1 भी आ गया तो तीनों प्रॉपर्टी सैटिस्फाई हो गई। फिर वो जी दे विच आ जाऊगा आंसर। चलो हुण पहलां आप लिख दीए सीधे पाना बिलोंग्स टू जी क्यों बिकॉज ए इनवर्स का डिटरमिनेंट कितना बनेगा D1 A1 - B1 C1। इत्थे लिखना पऊगा अपन डिटरमिनेंट किवें कड्डांगे आपां A1 D1 B1 C1 डिटरमिनेंट इत्थे निकले। चलो ए इनवर्स का डिटरमिनेंट आ गया अपने को। देखियो सेम चीज़ नहीं हैगी ये सेम ही है। इसकी वैल्यू कितनी होगी अपने को फिर 1। A1 एंड A1 B1 C1 D1 ये चारे की ने रियल नंबर ने।
ਮੰਨੇ ਹੋਏ ਨੇ ਆਪਣੇ, ਇਹ ਚਾਹੇ ਰੀਅਲ ਨੰਬਰ ਨੇ, ਇਸ ਕਰਕੇ ਇਹ ਵੀ ਸਾਰੇ ਰੀਅਲ ਨੰਬਰ ਹੋਣਗੇ। 2/2 ਦਾ ਮੈਟ੍ਰਿਕਸ ਆ ਰੀਅਲ ਵੀ ਸ਼ੋਅ ਕਰਤੇ ਆਪਾਂ ਸਾਰੇ, ਅਤੇ ਇਹਦਾ ਡਿਟਰਮਿਨੈਂਟ ਕੀ ਹੋਊਗਾ 1 ਹੋਊਗਾ। ਤਿੰਨੇ ਗੱਲਾਂ ਹੋ ਗਿਆ ਅਤੇ ਪੱਕਾ ਜੀ ਦੇ ਵਿੱਚ ਆਊਗਾ। ਫॉर ऑल A ਬਿਲੋਂਗਸ ਟੂ G, ਸਾਰਿਆਂ ਵਾਸਤੇ। ਇਸ ਕਰਕੇ ਦੇਅਰਫੋਰ ਆਪਾਂ ਕਹਾਂਗੇ, ਲਿਖ ਲਿਓ, ਦੇਅਰਫੋਰ ਇਨਵਰਸ ਐਗਜ਼ਿਸਟ ਇਨ G। ਦੇਅਰਫੋਰ ਇੱਥੇ ਲਿਖਣਾ, ਦੇਅਰਫੋਰ G ਕੀ ਬਣ ਗਿਆ, G ਇਜ਼ ਅ ਗਰੁੱਪ, ਇਹ ਗਰੁੱਪ ਬਣ ਗਿਆ। ਹੁਣ ਪੰਜਵੀਂ ਪ੍ਰੋਪਰਟੀ ਦੇਖਣੀ ਹੈ ਆਪਾਂ ਨੇ। ਫਿਫਥ ਪ੍ਰੋਪਰਟੀ ਹੈਗੀ ਹੈ ਜੀ ਕਮੂਟੇਟਿਵ ਪ੍ਰੋਪਰਟੀ। ਕਮੂਟੇਟਿਵ ਪ੍ਰੋਪਰਟੀ ਹੈ ਫਿਫਥ ਪ੍ਰੋਪਰਟੀ। ਹੁਣ ਇਹ ਗਲਤ ਸ਼ੋਅ ਕਰਨੀ ਆ ਆਪਾਂ, ਬਿਕੋਜ਼ ਇਹਨੂੰ ਜੇ ਇਹ ਸਹੀ ਹੋ ਗਈ ਤਾਂ ਬਣ ਜਾਏਗਾ ਅਬਿਲੀਅਨ ਗਰੁੱਪ, ਇਹ ਗਲਤ ਸ਼ੋਅ ਕਰਨੇ ਨੂੰ ਕਹਾਂਗੇ ਫਿਰ ਆਪਾਂ ਨੋਨ ਅਬਿਲੀਅਨ ਗਰੁੱਪ ਸ਼ੋਅ ਕਰਨਾ ਆਪਾਂ ਇਹਦੇ ਵਿੱਚ। ਸੋ ਦੇਖੋ, ਜੇ ਗਲਤ ਕਰਨਾ ਹੈਗਾ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਐਗਜ਼ਾਮਪਲ ਦੇ ਕੇ ਆਪਾਂ ਗਲਤ ਕਰਾਂਗੇ। ਐਗਜ਼ਾਮਪਲ ਲੈ ਰਹੇ ਹਾਂ ਆਪਾਂ, ਫਿਰ ਐਗਜ਼ਾਮਪਲ ਕਿਵੇਂ ਲੈਣੀ ਆ ਦੇਖੋ ਧਿਆਨ ਨਾਲ। ਵੈਸੇ ਪ੍ਰੋਪਰਟੀ ਸਹੀ ਕਿਵੇਂ ਹੋਊਗੀ, ਜੇ ਆਪਾਂ A B ਦੋ ਐਲੀਮੈਂਟ G 'ਚੋਂ ਮੰਨੀਏ ਅਤੇ AB ਅਤੇ BA ਇਹ ਸਾਰਿਆਂ ਵਾਸਤੇ ਸੇਮ ਆ ਜਾਵੇ ਤਾਂ ਕਮੂਟੇਟਿਵ ਪ੍ਰੋਪਰਟੀ ਹੋਲਡ ਕਰ ਦੇਗੀ। ਵੈਸੇ ਲੱਗ ਰਿਹਾ ਹੋਊਗਾ ਸ਼ਾਇਦ, ਪਤਾ ਹੋਊਗਾ ਪਲੱਸ 2 ਦਾ ਕੰਮ ਯਾਦ ਹੋਵੇ। AB ਮਲਟੀਪਲੀਕੇਸ਼ਨ ਕਰਦੇ ਹਾਂ ਜੇ ਮੈਟ੍ਰਿਸਿਸ ਦੀ, AB ਅਤੇ BA ਹਮੇਸ਼ਾ ਬਰਾਬਰ ਨਹੀਂ ਆਉਂਦੇ ਹੁੰਦੇ। ਇਹ ਕਦੇ ਬਰਾਬਰ ਆ ਵੀ ਸਕਦੇ ਨੇ ਅਤੇ ਕਦੇ ਬਰਾਬਰ ਨਹੀਂ, ਮੈਂ ਸਾਰਿਆਂ ਵਾਸਤੇ ਬਰਾਬਰ ਨਹੀਂ ਹੁੰਦੇ ਇਹ। ਸੋ ਦੇਖੋ ਹੁਣ ਆਪਾਂ AB ਕੱਢਾਂਗੇ, BA ਕੱਢਾਂਗੇ, ਐਗਜ਼ਾਮਪਲ ਮੰਨਣੀ ਆ ਕਿ AB ਕੱਢਾਂਗੇ, BA ਕੱਢਾਂਗੇ, ਉਹ ਬਰਾਬਰ ਨਾਲ। ਇੱਕ ਵੀ ਐਗਜ਼ਾਮਪਲ ਆਪਾਂ ਨੂੰ ਮਿਲ ਗਈ ਕਿ ਆਂਸਰ ਇਕੁਅਲ ਨਹੀਂ ਆ ਰਹੇ ਹੈਗੇ ਤਾਂ ਆਪਾਂ ਕਹਾਂਗੇ ਇਹ ਵਾਲੀ ਪ੍ਰੋਪਰਟੀ ਹੋਲਡ ਨਹੀਂ ਕਰੇਗੀ। ਸੋ ਐਗਜ਼ਾਮਪਲ ਬਣਾ ਰਹੇ ਹਾਂ ਆਪਾਂ, ਜਿਹੜੀ ਆਹ ਗੱਲ ਲਿਖਿਆ ਉਹ ਦੇਖਣੀ ਧਿਆਨ, ਐਗਜ਼ਾਮਪਲ ਦੇਖ ਕੇ ਬਣਾਉਣੀ ਆਪਾਂ। ਹੁਣ ਜੇ ਮੰਨ ਲਓ ਮੈਂ ਐਗਜ਼ਾਮਪਲ ਲੈ ਲਵਾਂ 1 2 3 4, ਕੋਈ ਵੀ 2 ਮੈਟ੍ਰਿਕਸ ਲੈ ਲਏ 2 3 4 6। ਪਹਿਲਾਂ ਆਹ ਮਲਟੀਪਲਾਈ ਕਰ ਲਵਾਂਗੇ ਆਪਾਂ, ਫਿਰ ਆਹ ਮਲਟੀਪਲਾਈ ਕਰ ਲਵਾਂਗੇ, ਉਲਟਾ ਕਰਕੇ ਫਿਰ ਸ਼ੋਅ ਕਰ ਦਾਂਗੇ ਆਂਸਰ ਬਰਾਬਰ ਨਹੀਂ ਆ ਰਿਹਾ। ਮੰਨ ਲਓ ਵੈਸੇ ਹੀ ਲਿਆ ਤਾਂ ਐਗਜ਼ਾਮਪਲ ਵੈਸੇ ਲਈ ਆ। ਹੁਣ ਨਾ ਥੋੜ੍ਹਾ ਜਿਹੀ ਗੱਲ ਧਿਆਨ ਸਮਝਣੀ ਹੈ ਗੱਲ, ਐਗਜ਼ਾਮਪਲ ਐ ਨਹੀਂ ਆਪਣੇ ਵੱਲੋਂ ਜੋ ਮਰਜ਼ੀ ਮੰਨ ਲਓ, ਇਹ ਐਗਜ਼ਾਮਪਲ ਗਲਤ ਆ। ਐਗਜ਼ਾਮਪਲ ਇੱਦਾਂ ਨਹੀਂ ਕਿ ਜੋ ਮਰਜ਼ੀ ਮੰਨ ਲਈ ਆਪਾਂ ਐਗਜ਼ਾਮਪਲ ਆਪਾਂ ਗਰੁੱਪ 'ਚੋਂ ਮੰਨਣੀ ਆ। ਮਤਲਬ ਗਰੁੱਪ ਦੇ ਵਿੱਚੋਂ ਹੀ 2 ਐਲੀਮੈਂਟ ਲੈਣੇ ਨੇ ਜਿਨ੍ਹਾਂ ਵਾਸਤੇ AB ਅਤੇ BA ਇਕੁਅਲ ਨਹੀਂ ਆ ਰਿਹਾ। ਗਰੁੱਪ ਦੇ ਵਿੱਚ ਹੀ ਲੈਣੇ ਆਪਾਂ 2 ਐਲੀਮੈਂਟ, ਐ ਨਹੀਂ ਕਿ ਜਿਹੜੇ ਮਰਜ਼ੀ ਐਲੀਮੈਂਟ ਮੰਨ ਲਓ। ਉਹ ਦੇਖੋ ਕਿਵੇਂ ਧਿਆਨ ਨਾਲ, ਇਹ ਗਰੁੱਪ 'ਚੋਂ ਨਹੀਂ ਹੈਗਾ ਐਲੀਮੈਂਟ ਇਹ ਵਾਲਾ। ਇਹ ਕਿਉਂ ਨਹੀਂ ਹੈ ਗਰੁੱਪ ਦੇ ਵਿੱਚੋਂ? ਜੋ ਪਹਿਲੀ ਗੱਲ ਤਾਂ ਸਹੀ ਹੈ ਕਿ 2/2 ਦਾ ਮੈਟ੍ਰਿਕਸ ਐਲੀਮੈਂਟ ਸਾਰੇ ਕੀ ਨੇ, ਰੀਅਲ ਨੰਬਰ ਨੇ, ਆਇਓਟਾ ਨਹੀਂ ਆ ਰਿਹਾ। ਪਰ ਇਹਦਾ ਡਿਟਰਮਿਨੈਂਟ 1 ਨਹੀਂ ਹੋਇਆ, ਚੈੱਕ ਕਰ ਲਓ 4 - 6 - 2 ਆਊਗਾ ਡਿਟਰਮਿਨੈਂਟ ਇਹਦਾ। ਜੇ ਆਪਾਂ ਡਿਟਰਮਿਨੈਂਟ ਕੱਢਾਂਗੇ ਡਿਟਰਮਿਨੈਂਟ 1 ਚਾਹੀਦਾ ਆਪਾਂ ਨੂੰ। ਮਤਲਬ ਐਲੀਮੈਂਟ ਆਪਾਂ ਇੱਕ ਗੱਲ ਖਾਸ ਧਿਆਨ ਰੱਖਣੀ ਹੁੰਦੀ ਹੈ ਜੋ ਐਗਜ਼ਾਮਪਲ ਮੰਨਣੀ ਹੁੰਦੀ ਹੈ ਕਿ ਐਲੀਮੈਂਟ ਸੈੱਟ ਵਿੱਚ ਹੀ ਲੈਣੇ, ਬਾਹਰੋਂ ਨਹੀਂ ਲੈਣਾ ਹੁੰਦਾ ਕੋਈ ਐਲੀਮੈਂਟ ਆਪਾਂ ਨੇ। ਇਹ ਬਾਹਰੋਂ ਆ ਗਿਆ ਤਾਂ ਐਗਜ਼ਾਮਪਲ ਗਲਤ ਮੰਨੀ ਜਾਊਗੀ। ਸੈੱਟ ਵਿੱਚੋਂ ਐਗਜ਼ਾਮਪਲ ਲੈਣੇ ਕਿ 2 ਐਲੀਮੈਂਟ ਸੈੱਟ ਵਿੱਚੋਂ ਮੰਨਣੇ ਆ ਆਪਾਂ ਨੇ, ਉਹਨਾਂ ਦੀ ਮਲਟੀਪਲੀਕੇਸ਼ਨ ਸ਼ੋਅ ਕਰਨੀ ਆ ਆਪਾਂ ਨੇ ਅੱਗੇ ਪਿੱਛੇ ਕਰਕੇ, ਆਂਸਰ ਬਰਾਬਰ ਨਹੀਂ ਆ ਰਿਹਾ। ਇਹ ਥੋੜ੍ਹਾ ਇਹੀ ਗੱਲ ਧਿਆਨ ਰੱਖਣੀ ਆ ਆਪਾਂ ਨੇ। ਸੋ ਦੇਖੋ ਮੈਂ ਦੁਬਾਰਾ ਗੱਲ ਰਿਪੀਟ ਕਰ ਰਿਹਾ ਹਾਂ, ਐਗਜ਼ਾਮਪਲਾਂ ਤੁਹਾਨੂੰ ਅਜਿਹੀਆਂ ਵੀ ਮਿਲ ਸਕਦੀਆਂ ਹੈਗੀਆਂ ਨੇ। ਜੇ ਮੈਂ ਐਗਜ਼ਾਮਪਲ ਲੈ ਰਿਹਾ ਦੇਖੋ 1 2 1 3 ਡਿਟਰਮਿਨੈਂਟ 1 ਆਊਗਾ, ਚੈੱਕ ਕਰ ਲਿਓ ਤੁਸੀਂ ਇਹਨੂੰ 1 0 0 1 1 0 0 1 ਨਾਲ ਮਲਟੀਪਲਾਈ ਕਰ ਲਓ, ਚਾਹੇ 1 0 0 1 ਨਾਲ ਮਲਟੀਪਲਾਈ ਕਰ ਲਓ, ਇਹ ਆਂਸਰ ਕੀ ਆਊਗਾ ਹਮੇਸ਼ਾ ਬਰਾਬਰ ਹੋਊਗਾ। ਹੁਣ ਇਹ ਗੱਲ ਕਨਫਿਊਜ਼ਨ ਦੂਰ ਕਰ ਲਿਓ, ਪਹਿਲਾਂ ਵੀ ਇਹ ਟੌਪਿਕ ਆਇਆ ਸੀ, ਇਹ ਗੱਲ ਆਈ ਸੀ ਪਹਿਲਾਂ ਵੀ। ਐਗਜ਼ਾਮਪਲ ਜੇ ਮਿਲ ਗਈ ਆਪਾਂ ਨੂੰ ਜਿਹਦੇ ਵਾਸਤੇ ਆਂਸਰ ਬਰਾਬਰ ਆ ਰਿਹਾ, ਆਪਾਂ ਐਂ ਨਹੀਂ ਕਹਿਣਾ ਕਿ ਪ੍ਰੋਪਰਟੀ ਸਹੀ ਹੈ। ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਨੇ ਇਹਦੇ ਵਿੱਚ, ਇਹਦਾ ਮਤਲਬ ਐਂ ਨਹੀਂ ਹੁੰਦਾ ਕਿ ਸਾਰਿਆਂ ਵਾਸਤੇ ਪੱਕਾ ਹਰੇਕ ਐਗਜ਼ਾਮਪਲ ਵਾਸਤੇ ਬਰਾਬਰ ਨਹੀਂ ਹੋਣਗੇ ਜੇ ਨੋਨ ਕਮੂਟੇਟਿਵ ਨਹੀਂ ਸ਼ੋਅ ਕਰਨਾ ਆਪਾਂ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰੇਕ ਐਗਜ਼ਾਮਪਲ ਵਾਸਤੇ ਬਰਾਬਰ ਨਹੀਂ ਹੋਣਗੇ। ਆਪਣਾ ਸਿਰਫ ਫੋਕਸ ਇਹ ਆ ਜੇ 99 ਐਗਜ਼ਾਮਪਲ ਵਾਸਤੇ ਸਹੀ ਆ ਰਿਹਾ, ਇੱਕ ਵੀ ਐਗਜ਼ਾਮਪਲ ਵਾਸਤੇ ਗਲਤ ਆ ਗਿਆ
ਤਾਂ ਪ੍ਰੋਪਰਟੀ ਹੋਲਡ ਨਹੀਂ ਕਰੇਗੀ। ਮਤਲਬ ਇਹ 'ਚ ਸਹੀ ਵਾਲੀਆਂ ਐਗਜ਼ਾਮਪਲਾਂ ਵੀ ਹੋਣਗੀਆਂ, ਐ ਨਹੀਂ ਹੈ ਕਿ ਸਹੀ ਹੈ। ਇੱਕ ਵੀ ਐਗਜ਼ਾਮਪਲ ਗਲਤ ਮਿਲ ਗਈ, ਇੱਕ ਵੀ ਐਗਜ਼ਾਮਪਲ ਗਲਤ ਮਿਲ ਗਈ, ਤੁਹਾਨੂੰ ਕਹਾਂਗੇ ਆਪਾਂ ਕਮੋਡੇਟਿਵ ਨਹੀਂ ਹੈਗਾ। ਹੁਣ ਸਹੀ ਐਗਜ਼ਾਮਪਲ ਮਿਲ ਗਈ ਤਾਂ ਕੋਈ ਫਾਇਦਾ ਨਹੀਂ ਹੈਗਾ, ਫਾਇਦਾ ਕੋਈ ਇੱਥੋਂ ਕੋਈ ਰਿਜ਼ਲਟ ਨਹੀਂ ਆਉਣਾ। ਇੱਥੋਂ ਜੇ ਇਹ ਸਹੀ ਵਾਲੀ ਐਗਜ਼ਾਮਪਲ ਆਪਾਂ ਨੂੰ ਮਿਲ ਗਈ, ਇੱਕ ਐਗਜ਼ਾਮਪਲ ਵਾਸਤੇ ਇਕੁਅਲ ਆ ਗਿਆ ਤਾਂ ਸਾਰਿਆਂ ਵਾਸਤੇ ਨਹੀਂ ਕਹਿ ਸਕਦੇ ਆਪਾਂ। ਪਰ ਇੱਕ ਐਗਜ਼ਾਮਪਲ ਵਾਸਤੇ ਗਲਤ ਆ ਗਿਆ ਤਾਂ ਫਾਇਦਾ ਆਪਾਂ ਨੂੰ। ਇਹਦਾ ਫਾਇਦਾ ਕਿਉਂ ਆ? ਇੱਕ ਐਗਜ਼ਾਮਪਲ ਵਾਸਤੇ ਵੀ ਗਲਤ ਆ ਗਿਆ ਤਾਂ ਪੱਕਾ ਪ੍ਰੋਪਰਟੀ ਸੈਟੀਸਫਾਈ ਨਹੀਂ ਹੋਊਗੀ। ਮਤਲਬ ਮੈਂ ਇਹ ਗੱਲ ਕਰ ਰਿਹਾ ਕਿ ਐਗਜ਼ਾਮਪਲਾਂ ਤੁਹਾਨੂੰ ਅਜਿਹੀਆਂ ਮਿਲਣਗੀਆਂ ਜਿਹਦੇ ਵਾਸਤੇ ਆਂਸਰ ਬਰਾਬਰ ਆ ਸਕਦਾ। ਬਰਾਬਰ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਨੋਨ ਇਕੁਅਲ ਆ ਉਹਦਾ ਫਾਇਦਾ ਉੱਥੋਂ ਦੇਖ ਕੇ ਆਪਾਂ ਕਹਾਂਗੇ ਕਿ ਪ੍ਰੋਪਰਟੀ ਸੈਟੀਸਫਾਈ ਨਹੀਂ ਹੋ ਰਹੀ। ਚਲੋ ਕਰਦੇ ਹਾਂ। ਤਾਂ ਦੇਖੋ ਮੈਂ 2 ਐਲੀਮੈਂਟ ਲੈਣੇ ਆ ਜੀ ਵਿੱਚੋਂ। ਹੁਣ ਗੱਲ ਸਮਝਣੀ ਆ ਲਿਖਣਾ ਕਿਵੇਂ ਆ। ਚਲੋ ਮੈਂ ਵੈਸੇ ਲੈ ਲਿਆ 1 2, ਹੁਣ ਇਹ ਕਰਕੇ ਦੇਖਣਾ ਪੈਣਾ 1 3। ਇਹ ਲੈਟ ਕਰ ਲਿਆ ਆਪਾਂ ਜੀ ਵਿੱਚੋਂ, ਇੱਕ ਐਲੀਮੈਂਟ ਲੈ ਲਿਆ ਆਪਾਂ ਨੇ, ਇੱਕ ਲੈ ਲਿਆ 2 3 5 3, ਜਿਹੜਾ ਮਰਜ਼ੀ ਮੰਨ ਲਓ। 10 - 9 ਡਿਟਰਮਿਨੈਂਟ 1 ਆਊਗਾ। ਠੀਕ, ਇਹ ਬਿਲੋਂਗਸ ਟੂ ਜੀ ਆ, ਇਹ ਮੰਨ ਲਿਆ ਆਪਾਂ। ਇਹ ਗਲਤ ਲਿਖਿਆ ਆਪਾਂ, ਇਹਦਾ ਮੀਨਿੰਗ ਗਲਤ ਆ ਸਾਰੇ ਲਾਈਨ ਦਾ। ਗਲਤ ਕਿਉਂ ਆ? ਲੈਟ ਹੁੰਦਾ ਮੰਨਣਾ, ਇਹ ਮੰਨਿਆ ਆਪਾਂ ਜੀ ਦੇ ਵਿੱਚ ਕਿ ਜੀ 'ਚ ਪੱਕਾ ਹੋਊਗਾ। 2/2 ਦਾ ਮੈਟ੍ਰਿਕਸ ਆ, 4 ਰੀਅਲ ਨੰਬਰ ਨੇ, ਡਿਟਰਮਿਨੈਂਟ ਕਿੰਨਾ 1 ਆ। ਇਹ ਮੰਨਣ ਦੀ ਕੀ ਲੋੜ ਦਾ ਪੱਕਾ ਹੀ ਹੋਊਗਾ ਜੀ ਵਿੱਚ, ਤਾਂ ਲੈਟ ਨਹੀਂ ਪਾਉਣਾ ਆਪਾਂ, ਇਹ ਪੱਕਾ ਹੀ ਹੋਊਗਾ ਜੀ ਵਿੱਚ। ਉਹ ਤਾਂ ਆਪਾਂ ਉਹ ਮੰਨ ਦੇਣਾ ਕਿ ਲੈਟ ਆਪਾਂ ਇਹ ਮੈਟ੍ਰਿਕਸ ਜੀ ਵਿੱਚੋਂ ਮੰਨ ਲਿਆ ਕਿ ਇਹ ਆਪਾਂ ਕੋਈ ਜੀ 'ਚੋਂ ਲਿਆ, ਇਹ ਮੰਨਿਆ ਆਪਾਂ ਨੇ। ਉਹਨੇ ਲੈਟ ਨਹੀਂ ਪਾਉਣਾ, ਤਾਂ ਪੱਕਾ ਹੈਗੀ ਹੈ ਜੀ ਦੇ ਵਿੱਚ, ਇਹ ਵੀ ਪੱਕਾ ਹੈਗਾ। ਇਹ 2 ਜੀ 'ਚ ਨੇ ਨਾ, ਉਹ ਇਹ ਕਰਕੇ ਦੇ ਲੈਣਾ, ਮੈਨੂੰ ਆਪ ਧਿਆਨ 'ਚ ਨਹੀਂ ਹੋਊ ਕਿ ਨਹੀਂ ਹੋਊਗਾ। ਜੇ ਸੈਟਿਸਫਾਈ ਕਰ ਗਿਆ, ਇਕੁਅਲ ਨਾ ਆਏ ਫਿਰ ਤਾਂ ਠੀਕ, ਨਹੀਂ ਤਾਂ ਕੋਈ ਹੋਰ ਐਗਜ਼ਾਮਪਲ ਮੰਨ ਲਾਂਗੇ। 2 3 3 5, ਇਹਨੂੰ ਮਲਟੀਪਲਾਈ ਕੀਤਾ ਆਪਾਂ ਨੇ, ਸ਼ਾਰਟਕਟ ਮਾਰਿਆ 2 6 7 ਆ ਗਿਆ, ਨਹੀਂ 8 ਆ ਗਿਆ, 3 ਤੇ 10 13 ਆ ਗਿਆ ਜੀ। ਇਹ 2 ਤੇ 9 11 ਆ ਗਿਆ, 3 ਤੇ 18 ਆ ਗਿਆ। ਫਿਰ ਆਪਾਂ ਇਹ ਮਲਟੀਪਲਾਈ ਕੀਤਾ 2 3 3 5 1 2 1 3, ਇਹਨੂੰ ਮਲਟੀਪਲਾਈ ਕੀਤਾ, ਇਹ ਆ ਗਿਆ 2 ਤੇ 3 5, 4 ਤੇ 9 13, 3 8 ਆ ਗਿਆ ਜੀ, 6 ਤੇ 15 21। ਇਹ ਕੁਛ ਹੋਰ ਦੇ ਰਿਹਾ, ਇਹ ਕੁਛ ਹੋਰ ਦੇ ਰਿਹਾ, ਇਹ ਆਂਸਰ ਬਰਾਬਰ ਨਹੀਂ ਹੈਗੇ। ਦੇਅਰਫੋਰ ਕੀ ਹੋ ਗਿਆ ਆਪਣੇ ਕੋਲ 1 2 1 3, ਇਹਨੂੰ ਮਲਟੀਪਲਾਈ ਕੀਤਾ ਆਪਾਂ ਨੇ 2 3 3 5, ਤੇ ਨੋਟ ਇਕੁਅਲਸ ਟੂ 2 3 3 5 1 2 1 3। ਇਹ ਬਰਾਬਰ ਨਹੀਂ ਆ ਰਹੇ। ਇੱਕ ਵੀ ਐਗਜ਼ਾਮਪਲ ਮਿਲ ਗਈ ਜਿਹਦੇ ਵਾਸਤੇ ਇਕੁਅਲ ਨਹੀਂ ਹੈਗੇ, ਦੇਅਰਫੋਰ ਆਪਾਂ ਕਹਾਂਗੇ ਕਮੋਡੇਟਿਵ ਪ੍ਰੋਪਰਟੀ, ਕਮੋਡੇਟਿਵ ਪ੍ਰੋਪਰਟੀ ਡਜ਼ ਨਾਟ ਹੋਲਡ, ਇਹ ਲਾਗੂ ਨਹੀਂ ਹੋ ਰਹੀ। ਦੇਅਰਫੋਰ ਇੱਦਾਂ ਲਿਖਿਆ ਮੈਂ ਇਸ ਤੋਂ ਬਾਅਦ, ਦੇਅਰਫੋਰ ਜੀ ਕੀ ਬਣ ਗਿਆ ਆਪਣੇ ਕੋਲ, ਗਰੁੱਪ ਦਾ ਸ਼ੋਅ ਕਰਤਾ, ਇਹ ਪ੍ਰੋਪਰਟੀ ਸੈਟਿਸਫਾਈ ਨਹੀਂ ਹੋ ਰਹੀ, ਇਸ ਕਰਕੇ ਕਹਾਂਗੇ ਜੀ ਇਜ਼ ਨੋਨ ਐਬੀਲੀਅਨ ਗਰੁੱਪ। ਜੀ ਫਿਰ ਆਪਣੇ ਕੋਲ ਨੋਨ ਐਬੀਲੀਅਨ ਗਰੁੱਪ ਬਣ ਗਿਆ। ਚਲੋ ਇਹ ਕੁਐਸਚਨ ਦੇਖ ਲਿਓ ਜੀ, ਜੇ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ WhatsApp ਗਰੁੱਪ 'ਤੇ ਸ਼ੇਅਰ ਕਰ ਸਕਦੇ ਹੋ। ਥੈਂਕ ਯੂ।